ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਇਹ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਔਨ ਯੂਐਸ ਇਮੀਗ੍ਰੇਸ਼ਨ। ਇਹਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਇਮੀਗ੍ਰੇਸ਼ਨ ਦੀਆਂ ਖਬਰਾਂ ਦੀ ਨਵੀਆਂ ਡਿਵੈਲਪਮੈਂਟਸ ਦੀ ਜਾਣਕਾਰੀ ਦਿੰਦੇ ਆ, ਉੱਥੇ ਨਾਲ ਹੀ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਉਹ ਵੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਆ। ਮੈਂ ਬਹੁਤ ਧੰਨਵਾਦੀ ਹਾਂ ਤੁਹਾਡਾ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਲਾਈਕ ਕਰਦੇ ਹੋ। ਅਸੀਂ ਸਮੇਂ-ਸਮੇਂ ਤੇ ਵੀਡੀਓ ਪਾਉਂਦੇ ਰਹਿੰਦੇ ਆ। ਸਾਡੀ ਕੋਸ਼ਿਸ਼ ਹੁੰਦੀ ਆ ਕਿ ਵੱਧ ਤੋਂ ਵੱਧ ਵੀਡੀਓਜ਼ ਜਿਹੜੀਆਂ ਨੇ ਉਹ ਪਾਈਆਂ ਜਾਣ YouTube ਦੇ ਉੱਤੇ। ਇਹਦੇ ਨਾਲ ਅਸੀਂ ਹੋਰ ਪਲੇਟਫਾਰਮਸ ਤੇ ਵੀ ਹੈਗੇ ਆ। ਅਸੀਂ ਟਿਕਟੌਕ ਤੇ ਹੈਗੇ ਆ, ਅਸੀਂ ਫੇਸਬੁੱਕ ਤੇ ਹੈਗੇ ਆ, ਅਸੀਂ ਸਨੈਪਚੈਟ ਤੇ ਹੈਗੇ ਆ ਤੇ ਅਸੀਂ ਇੰਸਟਾਗ੍ਰਾਮ ਤੇ ਹੈਗੇ ਆ ਤੇ ਹੁਣ ਅਸੀਂ ਇੱਕ ਜਿਹੜਾ ਹੈਗਾ ਉਹ ਟਵਿੱਟਰ ਤੇ ਵੀ ਆ ਗਏ ਆ। ਸੋ ਇਹਦੇ ਨਾਲ ਜਿਹੜੀ ਆ ਉਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਜਿਵੇਂ YouTube ਤੇ ਦੇਖਦੇ ਹੋ ਉਵੇਂ ਤੁਸੀਂ ਇੰਸਟਾਗ੍ਰਾਮ ਤੇ ਵੀ ਡੇਲੀ ਅਪਡੇਟ ਦੇਖ ਸਕਦੇ ਹੋ, ਫੇਸਬੁੱਕ ਤੇ ਵੀ ਦੇਖ ਸਕਦੇ ਹੋ ਤੇ ਟਿਕਟੌਕ ਜਿੱਥੇ ਵੀ ਅਵੇਲੇਬਲ ਆ ਉੱਥੇ ਵੀ ਦੇਖ ਸਕਦੇ ਹੋ। ਸੋ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੀਆਂ ਇੰਪੋਰਟੈਂਟ ਖਬਰਾਂ ਹੈਗੀਆਂ ਉਹ 'ਚ ਜਿਹੜੀ ਮੇਨ ਇੰਪੋਰਟੈਂਟ ਖਬਰ ਆ ਉਹ ਹੈਗੀ ਆ ਕਿ US ਸੁਪਰੀਮ ਕੋਰਟ ਨੇ ਰਿਵਾਈਵ ਕਰ ਦਿੱਤਾ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਇਨਫੋਰਸਮੈਂਟ ਪਲਾਨ ਸੀ ਕਿ ਜਿਹੜਾ ਇਹ ਸਰਕਾਰ ਜਦੋਂ ਆਈ ਸੀਗੀ ਇਹਨਾਂ ਨੇ ਇੱਕ ਕਿਹੜੇ ਬੰਦਿਆਂ ਨੂੰ ਡਿਪੋਰਟ ਕਰਨਾ ਕਿਹਨੂੰ ਨਹੀਂ ਕਰਨਾ ਉਹਦੀ ਇਹਨਾਂ ਨੇ ਇੱਕ ਨਵੀਂ ਜਿਹੜੀ ਸਟ੍ਰੈਟਜੀ ਬਣਾਈ ਸੀ, ਪਲਾਨ ਬਣਾਈ ਸੀ। ਉਹ US ਸੁਪਰੀਮ ਕੋਰਟ ਨੇ ਹੁਣ ਉਹਨੂੰ ਅਪਹੋਲਡ ਕਰਤਾ ਤੇ ਕਿਹਾ ਵੀ ਉਹ ਬਿਲਕੁਲ ਠੀਕ ਆ, ਕਿਉਂਕਿ ਇਹ ਪਲਾਨ ਨੂੰ ਚੈਲੰਜ ਕੀਤਾ ਸੀਗਾ ਟੈਕਸਸ ਨੇ ਤੇ ਇੱਕ ਦੋ ਹੋਰ ਸਟੇਟਾਂ ਨੇ ਜਿਨ੍ਹਾਂ ਵਿੱਚ ਲੂਜ਼ੀਆਨਾ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਪਾਲਿਸੀ ਆ ਇਮੀਗ੍ਰੇਸ਼ਨ ਦੇ ਲਾਅ ਦੇ ਅਗੇਂਸਟ ਆ। ਤੇ ਪਹਿਲਾਂ ਤੁਹਾਨੂੰ ਮੈਂ ਦੱਸਦਾ ਵੀ ਪਾਲਿਸੀ ਕੀ ਸੀ ਤੇ ਇਹਦੇ 'ਚ ਕੀ ਅਪਹੋਲਡ ਕੀਤਾ ਗਿਆ, ਕਿਉਂਕਿ ਬਹੁਤ ਹੀ ਇੰਪੋਰਟੈਂਟ ਖਬਰ ਆ ਖਾਸ ਕਰਕੇ ਉਹਨਾਂ ਬੰਦਿਆਂ ਲਈ ਜਿਨ੍ਹਾਂ ਤੇ ਡਿਪੋਰਟੇਸ਼ਨ ਵਗੈਰਾ ਲੱਗੀ ਹੋਈ ਹੈ ਜਾਂ ਜਿਨ੍ਹਾਂ ਨੂੰ ਡਿਪੋਰਟ ਹੋਣ ਦਾ ਡਰ ਆ। ਇਹਦੇ 'ਚ ਜਿਹੜੀਆਂ ਪਹਿਲੀਆਂ ਸਰਕਾਰਾਂ, ਕਿਉਂਕਿ ਹਰੇਕ ਸਰਕਾਰ ਜਿਹੜੀ ਉਹ ਆਪਣੀ ਇੱਕ ਇਨਫੋਰਸਮੈਂਟ ਜਿਹੜੀ ਪ੍ਰਾਇਓਰਟੀ ਆ ਉਹਨੂੰ ਲੇ ਡਾਊਨ ਕਰਦੀ ਆ। ਓਬਾਮਾ ਜਦੋਂ ਪ੍ਰੈਜ਼ੀਡੈਂਟ ਸੀ ਉਹਨੇ ਆਪਣੀ ਕੀਤੀ, ਉਹਨੇ ਕਿਹਾ ਵੀ ਜਿਹੜੇ ਬੰਦੇ ਕ੍ਰਾਈਮ ਇੱਥੇ ਨਹੀਂ ਕਰਦੇ, ਇੰਨੇ ਸਾਲਾਂ ਤੋਂ ਰਹਿ ਰਹੇ ਆ ਤੇ ਉਹਨਾਂ ਦਾ ਕੋਈ ਆਪਣਾ ਥ੍ਰੈਟ ਨਹੀਂ ਹੈਗਾ ਤਾਂ ਉਹਨਾਂ ਨੂੰ ਅਸੀਂ ਡਿਪੋਰਟ ਨਹੀਂ ਕਰਾਂਗੇ। ਉਦੋਂ ਬਾਅਦ ਟਰੰਪ ਆ ਗਿਆ, ਉਹਨੇ ਆਪਣੀ ਪਾਲਿਸੀ ਕੀਤੀ, ਉਹਨੇ ਕਿਹਾ ਜ਼ੀਰੋ ਟੋਲਰੈਂਸ ਆ, ਚਾਹੇ ਕਿਸੇ ਨੇ ਕੋਈ ਵੀ ਜਿਹਦੇ ਖਿਲਾਫ ਡੈਪੋਟੇਸ਼ਨ ਲੱਗੀ ਆ ਉਹਨੂੰ ਇਨਫੋਰਸ ਕਰਨਾ ਤੇ ਅਸੀਂ ਜਿਹੜਾ ਬੰਦਾ ਵੀ ਆ ਗਿਆ ਇੱਥੇ ਫੜਿਆ ਗਿਆ ਉਹਨੂੰ ਰਿਪੋਰਟ ਕਰਾਂਗੇ, ਜਿਹਦੇ ਖਿਲਾਫ ਡੈਪੋਟੇਸ਼ਨ ਲੱਗੀ ਆ ਉਹ ਕਰਾਂਗੇ। ਅਸੀਂ ਕੋਈ ਇਸ ਕਿਸਮ ਦੀ ਜਿਹੜੀ ਮਤਲਬ ਪਾਲਿਸੀ ਨਹੀਂ ਰੱਖਾਂਗੇ ਕਿ ਜਿਹੜੇ ਬੰਦੇ ਅਮਰੀਕਾ ਨੂੰ ਥ੍ਰੈਟ ਨੇ ਉਹੀ ਕਰਨੇ ਆ, ਜਿਹਦੇ ਖਿਲਾਫ ਵੀ ਡਿਪੋਰਟੇਸ਼ਨ ਹੈਗੀ ਉਹਨੂੰ ਕਰਾਂਗੇ। ਪਰ ਕਿਉਂਕਿ ਬੰਦੇ ਜ਼ਿਆਦਾ ਨੇ, ਬਹੁਤ ਜ਼ਿਆਦਾ, ਇਸ ਕਰਕੇ ਉਹਨਾਂ ਨੂੰ ਇੰਨੇ ਨੂੰ ਡਿਪੋਰਟ ਤਾਂ ਨਹੀਂ ਉਹ ਕਰ ਸਕਿਆ। ਪਰ ਉਹਦੀ ਪਾਲਿਸੀ ਜਿਹੜੀ ਆ ਉਹ ਇਸ ਕਿਸਮ ਦੀ ਸੀਗੀ ਜਿਹਨੂੰ ਉਹਨੇ ਨਾਂ ਦਿੱਤਾ ਜ਼ੀਰੋ ਟੋਲਰੈਂਸ ਪਾਲਿਸੀ। ਉਦੋਂ ਬਾਅਦ ਜਦੋਂ ਹੁਣ ਬਾਈਡਨ ਦੀ ਸਰਕਾਰ ਆਈ ਤੇ ਇਹਨਾਂ ਨੇ ਜਿਹੜੀਆਂ ਮਤਲਬ ਪ੍ਰਾਇਓਰਟੀਜ਼ ਲੇ ਡਾਊਨ ਕੀਤੀਆਂ ਵੀ ਕਿਹੜੇ ਬੰਦਿਆਂ ਨੂੰ ਡਿਪੋਰਟ ਕਰਨਾ, ਕਿਹੜੇ ਬੰਦਿਆਂ 'ਤੇ ਕਾਰਵਾਈ ਕਰਨੀ ਆ। ਉਹਦੇ 'ਚ ਇਹਨਾਂ ਨੇ 3 ਕੈਟਾਗਰੀਜ਼ ਬਣਾਈਆਂ। ਪਹਿਲੀ ਕੈਟਾਗਰੀ ਉਹ ਜਿਹੜੇ ਬੰਦੇ ਕਿ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਨੇ, ਜਿਹੜੇ ਬੰਦੇ ਇੱਥੇ ਕਿਸੇ ਗਲਤ ਕੰਮ ਦੇ ਵਿੱਚ ਜਾਂ ਕਿਸੇ ਟੈਰਰਿਜ਼ਮ ਵਗੈਰਾ 'ਚ ਇਨਵੋਲਵਡ ਨੇ ਜਾਂ ਅਮਰੀਕਾ ਦੇ ਖਿਲਾਫ ਨੇ ਜਾਂ ਕਿਸੇ ਹੋਰ ਮੁਲਕ ਦੀ ਇੱਥੇ ਜਿਹੜੀ ਆ ਉਹ ਜਸੂਸੀ ਕਰਦੇ ਆ, ਵੀ ਇਹੋ ਜਿਹੇ ਬੰਦਿਆਂ ਨੂੰ ਅਸੀਂ ਡਿਪੋਰਟ ਕਰਾਂਗੇ। ਦੂਜੀ ਕੈਟਾਗਰੀ 'ਚ ਉਹ ਜਿਨ੍ਹਾਂ ਦੇ ਖਿਲਾਫ ਕ੍ਰਿਮੀਨਲ ਕੇਸਿਸ ਨੇ, ਸੀਰੀਅਸ ਕ੍ਰਿਮੀਨਲ ਚਾਰਜਸ ਨੇ, ਜਿਵੇਂ ਕਿਸੇ ਦੇ ਖਿਲਾਫ ਕੋਈ ਜਿਹੜੇ ਸੈਕਸ਼ੂਅਲ ਅਫੈਂਡਰ ਆ ਜਾਂ ਜਿਹੜਾ ਮਾਈਨਰ ਹੈਗਾ ਉਹਦੇ ਨਾਲ ਕੋਈ ਇਸ ਕਿਸਮ ਦੇ ਚਾਰਜਸ ਨੇ ਜਾਂ ਰੋਬਰੀ ਦੇ ਚਾਰਜਸ ਨੇ, ਜਾਂ ਜਿਨ੍ਹਾਂ ਦੇ ਖਿਲਾਫ ਕੋਈ ਜਿਹੜਾ ਹੈਗਾ ਬੈਂਕ ਫਰਾਡ ਦੇ ਚਾਰਜ ਨੇ, ਜਿਨ੍ਹਾਂ ਦੇ ਵਿੱਚ ਜਿਹੜੀ ਸਜ਼ਾ ਆ ਉਹ ਤਕਰੀਬਨ 6 ਮਹੀਨੇ ਤੋਂ ਵੱਧ ਹੁੰਦੀ ਆ ਤੇ ਜੇ ਐਗਰੀਗੇਟ ਜਿਹੜੀ ਸਜ਼ਾ ਸਾਲ ਤੋਂ ਵੱਧ ਹੋ ਜਾਵੇ ਤਾਂ ਉਹ ਬੰਦਾ ਡਿਪੋਰਟ ਹੋ ਸਕਦਾ। ਤਾਂ ਉਸ ਕਿਸਮ ਦੇ ਜਿਹੜੇ ਮਤਲਬ ਜਿਨ੍ਹਾਂ ਨੇ ਕ੍ਰਾਈਮਸ ਕੀਤੇ ਨੇ ਜਾਂ ਰਿਪੀਟ ਅਫੈਂਡਰ ਹੁੰਦੇ ਨੇ ਕਈ, ਜਿਵੇਂ ਕੋਈ ਬੰਦਾ ਡਰੰਕ ਡਰਾਈਵਿੰਗ 'ਚ ਫੜਿਆ ਗਿਆ ਉਹ ਬਾਰ-ਬਾਰ ਫੜਿਆ ਗਿਆ 8-10 ਵਾਰ ਇਹੋ ਜਿਹੇ, ਜਾਂ ਕਈਆਂ ਨੇ ਡੋਮੈਸਟਿਕ ਵਾਇਲੈਂਸ ਕੀਤੀ ਹੁੰਦੀ ਉਹਦੇ 'ਚ ਰਿਪੀਟ ਅਫੈਂਡਰ ਨੇ। ਸੋ ਉਹ ਜਿਹੜੇ ਇਸ ਕਿਸਮ ਦੇ ਜਿਨ੍ਹਾਂ ਦੇ ਖਿਲਾਫ ਸਰਕਾਰ ਇਹ ਸੋਚਦੀ ਆ ਵੀ ਇਹ ਬੰਦੇ ਇੱਥੇ ਅਮਰੀਕਾ 'ਚ ਰਹਿਣਗੇ ਤਾਂ ਇੱਥੋਂ ਦੀ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਪਰੇਸ਼ਾਨ ਕਰਨਗੇ, ਥ੍ਰੈਟ ਨੇ ਸੇਫਟੀ ਲਈ, ਉਹਨਾਂ ਬੰਦਿਆਂ ਨੂੰ ਡਿਪੋਰਟ ਜਿਹੜਾ ਉਹ ਕੀਤਾ ਜਾਊਗਾ। ਤੀਸਰੀ ਕੈਟਾਗਰੀ ਉਹ ਆ ਜਿਹੜੇ ਬੰਦੇ ਉਹਨਾਂ ਨੇ ਕਿਹਾ ਕਿ 2020 ਤੋਂ ਬਾਅਦ ਐਂਟਰ ਹੋ ਰਹੇ ਨੇ, ਜਿਹੜੇ ਨਵੇਂ ਆ ਰਹੇ ਆ, ਜਿਨ੍ਹਾਂ ਕੋਲੇ ਕੋਈ ਬੇਸ ਹੈ ਨਹੀਂ, ਜਿਨ੍ਹਾਂ ਦਾ ਕੇਸ ਫੇਲ ਹੋ ਗਿਆ ਜਾਂ ਇਹਨਾਂ ਦਾ ਕ੍ਰੈਡੀਬਲ ਫੀਅਰ ਵਗੈਰਾ ਫੇਲ ਹੋ ਜਾਂਦਾ, ਤਾਂ ਇਹਨਾਂ ਨੂੰ ਡਿਪੋਰਟ ਕੀਤਾ ਜਾਊਗਾ। ਇਹ ਪਾਲਿਸੀ ਇਹਨਾਂ ਨੇ ਲੇ ਡਾਊਨ ਕੀਤੀ। ਰੀਜ਼ਨ ਇਹ ਦਿੱਤਾ ਕਿ ਸਾਡੇ ਕੋਲ ਰਿਸੋਰਸਿਸ ਨਹੀਂ ਹੈਗੇ ਕਿ ਅਸੀਂ ਇੰਨੇ ਜ਼ਿਆਦਾ ਬੰਦਿਆਂ ਨੂੰ ਜਿਹੜਾ ਉਹ ਇੱਥੋਂ ਡਿਪੋਰਟ, ਕਿਉਂਕਿ ਇੱਥੇ ਬਹੁਤ ਲੋਕਾਂ ਨੂੰ ਡੈਪੋਟੇਸ਼ਨ ਲੱਗੀ ਹੈ ਜਾਂ ਇਲੀਗਲ ਰਹਿ ਰਹੇ ਨੇ ਜਿਨ੍ਹਾਂ ਦੀ ਜਿਹੜੀ ਤਾਦਾਦ ਆ ਉਹ ਮਿਲੀਅਨਸ ਦੇ ਵਿੱਚ ਆ। ਸਰਕਾਰ ਦਾ ਇਹ ਕਹਿਣਾ ਵੀ ਇੰਨੇ ਬੰਦਿਆਂ ਨੂੰ ਡਿਪੋਰਟ ਕਰਨ ਦੀ ਸਾਡੀ ਸਮਰੱਥਾ ਨਹੀਂ ਤੇ ਅਸੀਂ ਸਿਰਫ ਉਹੀ ਡਿਪੋਰਟ ਕਰਾਂਗੇ ਜਿਹੜੇ ਬੰਦੇ ਕਿ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਨੇ ਜਾਂ ਜਿਨ੍ਹਾਂ ਨੇ ਕ੍ਰਾਈਮ ਕੀਤੇ ਨੇ ਜਾਂ ਜਿਹੜੇ ਬੰਦੇ ਇੱਥੇ ਹੁਣ ਰੀਸੈਂਟਲੀ ਆ ਰਹੇ ਨੇ। ਤੇ ਇਹਨੂੰ ਚੈਲੰਜ ਕੀਤਾ ਗਿਆ। ਸੋ ਟੈਕਸਸ ਦੇ ਇੱਕ ਜੱਜ ਨੇ ਸਟੇ ਕਰਤਾ, ਉਹਨੇ ਕਿਹਾ ਕਿ ਜਿਹੜਾ ਇਮੀਗ੍ਰੇਸ਼ਨ ਦਾ ਕਾਨੂੰਨ ਬਣਿਆ ਹੋਇਆ ਉਹਦੇ ਵਿੱਚ ਇਹੋ ਜਿਹੀ ਕੋਈ ਮਤਲਬ ਕਿਸਮ ਦੀ ਜਿਹੜੀ ਹੈਗੀ ਆ ਉਹ ਪ੍ਰੋਵੀਜ਼ਨ ਨਹੀਂ ਹੈਗੀ ਕਿ ਸਰਕਾਰ ਪਿਕ ਐਂਡ ਚੂਜ਼ ਕਰ ਸਕਦੀ ਵੀ ਕਿਹਨੂੰ ਡਿਪੋਰਟ ਕਰਨਾ ਕਿਹਨੂੰ ਨਹੀਂ ਕਰਨਾ। ਉਹਦੇ ਖਿਲਾਫ ਇਹਨਾਂ ਨੇ ਅਪੀਲਾਂ ਕੀਤੀਆਂ। ਹੁਣ US ਸੁਪਰੀਮ ਕੋਰਟ ਕੋਲੇ ਕੇਸ ਗਿਆ ਜਿਹਦਾ ਕਿ ਜਿਹੜਾ ਡਿਸੀਜਨ ਆਇਆ 7 ਜੱਜ ਇੱਕ ਪਾਸੇ ਤੇ 1 ਜੱਜ ਇੱਕ ਪਾਸੇ ਤੇ ਜਿਹੜੀ ਵੋਟ ਆ ਉਹ ਬਾਅਦ ਦੇ ਵਿੱਚ 8 ਜੱਜ ਜਿਹੜੇ ਨੇ ਉਹ ਹੋ ਗਏ ਇੱਕ ਪਾਸੇ
ਤੇ 8-1 ਵੋਟ ਜਿਹੜੀ ਹੋਈ ਆ ਵੀ 8 ਜੱਜ ਇਸ ਗੱਲ ਦੇ ਫੇਵਰ ਦੇ ਵਿੱਚ ਆ ਗਏ ਕਿ ਜਿਹੜਾ ਬਾਈਡਨ ਸਰਕਾਰ ਦੀ ਨੀਤੀ ਆ ਉਹ ਬਿਲਕੁਲ ਠੀਕ ਆ ਤੇ ਇਹ ਨੀਤੀ ਦੇ ਤਹਿਤ ਸਰਕਾਰ ਫੈਸਲਾ ਕਰ ਸਕਦੀ ਆ ਕਿ ਕਿਹਨੂੰ ਡਿਪੋਰਟ ਕਰਨਾ ਕਿਹਨੂੰ ਨਹੀਂ ਡਿਪੋਰਟ ਕਰਨਾ। The justices in a 8-1 vote overturned a Texas-based federal judge's ruling in June of last year that blocked the policy nationwide। ਉਹਨੇ ਬਲੌਕ ਕਰਤੀ ਸੀ ਇਹ ਪਾਲਿਸੀ ਤੇ ਸੁਪਰੀਮ ਕੋਰਟ ਨੇ ਕਿਹਾ ਵੀ ਇਹ ਪਾਲਿਸੀ ਠੀਕ ਆ। ਜਿਹੜੀ ਸਰਕਾਰ ਆ ਜਿਹੜੀ ਮੌਕੇ ਦੀ ਸਰਕਾਰ ਆ ਉਹਦੇ ਕੋਲੇ ਅਧਿਕਾਰ ਆ ਕਿ ਉਹਨੇ ਆਪਣੀਆਂ ਕੀ ਇਨਫੋਰਸਮੈਂਟ ਜਿਹੜੀਆਂ ਪਾਲਿਸੀਜ਼ ਨੇ ਉਹ ਲਾਗੂ ਕਰਨੀਆਂ ਨੇ। ਤੇ 8 ਜੱਜਾਂ ਨੇ ਇਹਦੇ ਹੱਕ ਦੇ ਵਿੱਚ ਵੋਟ ਪਾਈ ਤੇ ਇੱਕ ਜੱਜ ਜਿਹੜਾ ਉਹਨੇ ਅਗੇਂਸਟ ਪਾਈ। ਤੁਹਾਨੂੰ ਇਹ ਦੱਸ ਦਈਏ ਕਿ ਸੁਪਰੀਮ ਕੋਰਟ ਦੇ ਵਿੱਚ ਅਮਰੀਕਾ 'ਚ 9 ਜੱਜ ਹੁੰਦੇ ਨੇ। ਸੋ ਬੜੀ ਇੰਪੋਰਟੈਂਟ ਸਿਗਨੀਫੀਕੈਂਟ ਡਿਵੈਲਪਮੈਂਟ ਆ ਕਿ ਇਹਨਾਂ ਨੇ ਜਿਹੜੀ ਹੁਣ ਸਰਕਾਰ ਦੀ ਨੀਤੀ ਆ ਕਿ ਕਿਹਨੂੰ ਡਿਪੋਰਟ ਕਰਨਾ ਕਿਹਨੂੰ ਨਹੀਂ ਕਰਨਾ ਜਿਹੜੀ ਇਹਨਾਂ ਨੇ ਲੇ ਡਾਊਨ ਕੀਤੀ ਸੀ ਉਹਨੂੰ ਅਪਹੋਲਡ ਕਰਤਾ, ਉਹਨੂੰ ਸਹੀ ਠਹਿਰਾਇਆ ਤੇ ਇਹਦੇ ਨਾਲ ਹੁਣ ਸਰਕਾਰ ਦੀ ਉਹੀ ਨੀਤੀ ਜਿਹੜੀ ਆ ਉਹ ਲਾਗੂ ਦੁਬਾਰਾ ਹੋ ਜਾਏਗੀ। ਇਸ ਤੋਂ ਇਲਾਵਾ ਜਿਹੜਾ ਅਗਲਾ ਹੀ ਇੱਕ ਹੋਰ ਡਿਸੀਜਨ ਆ ਉਹ ਵੀ US ਸੁਪਰੀਮ ਕੋਰਟ ਦਾ। ਉਹਦੇ ਸੁਪਰੀਮ ਕੋਰਟ ਨੇ ਕਿਹਾ ਕਿ ਇੱਕ ਲਾਅ ਜਿਹੜਾ ਕਿ ਇਹ ਕਹਿੰਦਾ ਕਿ ਜੇ ਕੋਈ ਬੰਦਾ ਇੱਥੇ ਕਿਸੇ ਨੂੰ ਇਲੀਗਲ ਅਮਰੀਕਾ ਦੇ ਵਿੱਚ ਲਿਆਉਂਦਾ ਜਾਂ ਕਿਸੇ ਤੋਂ ਪੈਸੇ ਲੈ ਕੇ ਇੱਥੇ ਗਲਤ ਤਰੀਕੇ ਨਾਲ ਉਹਨੂੰ ਜਿਹੜਾ ਹੈਗਾ ਉਹ ਅਮਰੀਕਾ ਦੇ ਵਿੱਚ ਸਮਗਲ ਕਰਨ ਦੀ ਕੋਸ਼ਿਸ਼ ਕਰਦਾ, ਜੇ ਉਹ ਫੜਿਆ ਜਾਂਦਾ ਤੇ ਉਹਦੇ ਨਾਲ ਜਿਹੜੀ ਸਜ਼ਾ ਹੈਗੀ ਆ ਉਹ ਵੈਲਿਡ ਆ ਹੋਣੀ ਚਾਹੀਦੀ ਆ। ਸੋ ਇਹ ਕੇਸ ਜਿਹੜਾ ਹੈਗਾ ਇਹ US ਸੁਪਰੀਮ ਕੋਰਟ ਕੋਲ ਗਿਆ ਤੇ ਇਹਦੇ ਵਿੱਚ ਵੀ ਜਿਹੜੀ ਵੋਟ ਆ ਉਹ 7-2 ਪਈ ਕਿ 7 ਜੱਜਾਂ ਨੇ ਇਹਦੇ ਹੱਕ ਦੇ ਵਿੱਚ ਇਸ ਲਾਅ ਦੇ ਜਿਹੜੀ ਆ ਉਹ ਵੋਟ ਪਾਈ। ਤੇ ਇਹ ਕੇਸ ਸੀਗਾ ਇੱਕ ਡਿਫੈਂਡੈਂਟ ਸੀ ਹੈਲਮੈਨ ਹੈਨਸਨ। ਉਹਨੇ 12 ਤੋਂ 16 ਦੇ ਵਿੱਚ $10,000 ਲੈ ਕੇ ਲੋਕਾਂ ਨੂੰ ਇੱਥੇ ਇਲੀਗਲ ਅਮਰੀਕਾ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਇੱਥੇ ਇੱਕ ਸਿਸਟਮ ਬਣਾਇਆ ਵੀ ਜੇ ਸਿਟੀਜ਼ਨ ਕਿਸੇ ਨੂੰ ਅਡਾਪਟ ਕਰੇ ਤਾਂ ਉਹਨੇ ਲੋਕਾਂ ਨੂੰ ਕਿਹਾ ਪਾਰਟਿਸਿਪੇਟ ਕਰੋ ਤਾਂ ਮੈਂ ਇੱਦਾਂ ਪੱਕੇ ਕਰਾ ਦੂੰਗਾ ਉਹ ਹੋ ਜਾਊਗਾ ਤੇ ਉਹ ਪੈਸੇ ਲੈ ਕੇ ਤੁਸੀਂ ਜੇ ਇੱਦਾਂ ਦਾ ਕੰਮ ਕਰਦੇ ਆ। ਹੁਣ ਜਿਹੜੀ ਅਡਾਪਸ਼ਨ ਆ ਜਾਂ ਗਾਰਡੀਅਨਸ਼ਿਪ ਆ ਉਹ ਬਿਲਕੁਲ ਜਾਇਜ਼ ਆ ਲੀਗਲ ਆ ਲੇਕਿਨ ਤੁਸੀਂ ਉਹ 'ਚ ਕਿਸੇ ਨੂੰ ਪੈਸੇ ਦੇ ਕੇ ਨਹੀਂ ਕਰ ਸਕਦੇ ਵੀ ਤੁਸੀਂ ਕਿਸੇ ਨੂੰ ਕਹੋ ਵੀ ਲੈ ਲਾ $20,000 ਜਾਂ $30,000 ਜਾਂ $15,000 ਤੇ ਮੈਨੂੰ ਤੂੰ ਗਾਰਡੀਅਨਸ਼ਿਪ ਕਰਦੇ। ਜੇ ਇਹ ਸਰਕਾਰ ਨੂੰ ਪਤਾ ਲੱਗੇ ਤਾਂ ਇਲੀਗਲ ਆ। ਉਹ ਇੱਦਾਂ ਦਾ ਕੰਮ ਕਰਦਾ ਸੀ, ਉਹਦੇ ਖਿਲਾਫ ਸਜ਼ਾ ਹੋਈ ਤੇ ਉਹਨੇ ਇਹਨੂੰ ਚੈਲੰਜ ਕੀਤਾ ਪਰ ਜਿਹੜੀ US ਸੁਪਰੀਮ ਕੋਰਟ ਆ ਉਹਨੇ ਕਿਹਾ ਵੀ ਉਹ ਸਜ਼ਾ ਬਿਲਕੁਲ ਠੀਕ ਹੋਈ ਆ ਕਿਉਂਕਿ ਜਿਹੜਾ ਅਮਰੀਕਾ ਦਾ ਲਾਅ ਆ ਉਹ ਇਸ ਕਿਸਮ ਦਾ ਜਿਹੜਾ ਬਿਹੇਵੀਅਰ ਆ ਉਹਨੂੰ ਐਕਸੈਪਟ ਨਹੀਂ ਕਰਦਾ। ਉਹਨੂੰ ਜਿਹੜੀ ਹੈਗੀ ਆ ਕ੍ਰਿਮੀਨਲ ਸਜ਼ਾ ਠੀਕ ਹੋਈ ਆ ਕਿਉਂਕਿ 20 ਸਾਲ ਦੀ ਨੂੰ ਸਜ਼ਾ ਹੋਈ। ਉਹ ਕੀ ਕਰਦਾ ਸੀ ਲੋਕਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਅਡਾਪਸ਼ਨ ਦੇ ਕੇਸ ਜਾਂ ਗਾਰਡੀਅਨਸ਼ਿਪ ਦੇ ਕਰਾਉਂਦਾ ਸੀ ਵੀ ਕਿਸੇ ਨੂੰ ਪੈਸੇ ਦੇ ਤੇ ਉਹਨੂੰ ਕਿਹਾ ਵੀ ਤੂੰ ਫਲਾਣੇ ਦਾ ਗਾਰਡੀਅਨ ਬਣ ਜਾ ਤੇ ਗੌਰਮੈਂਟ ਇਹ ਕਹਿੰਦੀ ਆ ਵੀ ਗਾਰਡੀਅਨ ਜਾਂ ਅਡਾਪਸ਼ਨ ਕੋਈ ਵੀ ਕਰ ਸਕਦਾ ਪਰ ਉਹ ਪੈਸੇ ਲੈ ਕੇ ਨਹੀਂ ਕਰ ਸਕਦਾ ਪੱਕੇ ਕਰਾਉਣ ਲਈ। ਉਹ ਸਹੀ ਤੌਰ ਤੇ ਬਣੇ ਜੇ ਉਹ ਗਾਰਡੀਅਨ ਅਸਲੀ ਬਣਨਾ ਚਾਹੁੰਦਾ ਉਹ ਬਣੇ ਪਰ ਇਹ ਨਹੀਂ ਕਿ ਪੈਸੇ ਲੈ ਕੇ ਬਣੇ। ਇਹਦੇ ਜਿਹੜਾ ਉਹ ਲਾਅ ਆ ਉਹ ਉਹਦੇ ਖਿਲਾਫ ਜਿਹੜਾ ਕੋਰਟ ਦੇ ਵਿੱਚ ਕੇਸ ਗਿਆ ਪਰ ਕੋਰਟ ਨੇ ਕਿਹਾ ਵੀ ਉਹ ਕਾਨੂੰਨ ਜਿਹੜਾ ਉਹ ਬਿਲਕੁਲ ਠੀਕ ਹੈ। ਇਹਦੇ ਨਾਲ ਜਿਹੜਾ ਹੁਣ ਤੀਜੀ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਵੀ ਵੀਜ਼ਾ ਬੁਲੇਟਿਨ ਆ ਗਿਆ ਜੁਲਾਈ ਦਾ ਤੇ ਇਹਦੇ ਮੈਂ ਤੁਹਾਨੂੰ ਜਿਹੜੇ ਨੰਬਰਸ ਹੈਗੇ ਆ ਉਹ ਦੱਸ ਦਿੰਦਾ ਵੀ ਕੀ ਹੈਗੇ ਆ। ਤੇ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੀ F4 ਕੈਟੇਗਰੀ ਹੈਗੀ US ਸਿਟੀਜ਼ਨ ਦੇ ਭਰਾ ਭੈਣ ਦੀ ਉਹਦੇ ਚੱਲ ਰਿਹਾ ਜੀ 15 ਸਤੰਬਰ 2005। F3 ਕੈਟੇਗਰੀ ਹੈਗੀ US ਸਿਟੀਜ਼ਨ ਦੇ ਜਿਹੜੇ ਮੈਰਿਡ ਬੱਚੇ ਤੇ ਉਹਨਾਂ ਦੇ ਬੱਚਿਆਂ ਦੀ ਉੱਥੇ ਚੱਲ ਰਿਹਾ 22 ਦਸੰਬਰ 2008। F2B ਆ ਗ੍ਰੀਨ ਕਾਰਡ ਹੋਲਡਰ ਦੇ ਓਵਰ 21 ਜਿਹੜੇ ਅਨਮੈਰਿਡ ਬੱਚੇ ਨੇ 22 ਸਤੰਬਰ 2015। F2 ਆ ਗ੍ਰੀਨ ਕਾਰਡ ਹੋਲਡਰ ਦੇ ਜਿਹੜੇ 21 ਸਾਲ ਤੋਂ ਘੱਟ ਬੱਚੇ ਆ ਤੇ ਹਸਬੈਂਡ ਵਾਈਫ ਆ ਉੱਥੇ ਚੱਲ ਰਿਹਾ ਜੀ 8 ਸਤੰਬਰ 2020। ਤੇ F1 ਜਿਹੜੀ ਕੈਟੇਗਰੀ ਆ ਉਹ ਹੈਗੀ ਆ ਅਨਮੈਰਿਡ ਸਨਸ ਐਂਡ ਡਾਟਰਸ ਆਫ US ਸਿਟੀਜ਼ਨ ਉੱਥੇ ਆ ਜੀ 15 ਦਸੰਬਰ 2014। ਤੇ ਇਹਦੇ ਨਾਲ ਜਿਹੜੀਆਂ ਡੇਟਾਂ ਦੇ ਪੇਪਰ NVC ਮੰਗ ਰਹੀ ਆ ਉਹ ਡੇਟਾ ਆਮ ਤੌਰ ਤੇ ਪਹਿਲਾਂ ਹੁੰਦੀਆਂ ਨੇ ਕਿਉਂਕਿ ਪੇਪਰ ਲੈਣ ਨੂੰ ਟਾਈਮ ਲੱਗਦਾ। ਸੋ ਉਹ ਡੇਟ ਜਿਹੜੀ ਆ ਉਹ ਪੇਪਰ ਪਹਿਲਾਂ ਮੰਗੇ ਜਾਂਦੇ ਆ ਅੰਬੈਸੀ 'ਚ ਇੰਟਰਵਿਊ ਆਉਣ ਤੋਂ। ਸੋ F4 ਕੈਟੇਗਰੀ ਜਿਹੜੇ US ਸਿਟੀਜ਼ਨ ਦੇ ਭਰਾ ਭੈਣ ਤੇ ਉਹਨਾਂ ਦੀ ਬੱਚਿਆਂ ਦੀ ਕੈਟੇਗਰੀ ਉਹ ਹੈ ਜੀ 22 ਫਰਵਰੀ 2006। F3 ਕੈਟੇਗਰੀ ਹੈਗੀ ਆ ਜਿਹੜੇ ਮੈਰਿਡ ਬੱਚੇ ਨੇ US ਸਿਟੀਜ਼ਨ ਤੇ ਉਹਨਾਂ ਦੇ ਅੱਗੇ ਅਨਮੈਰਿਡ ਬੱਚੇ ਉੱਥੇ ਹੈਗੀ 1 ਮਾਰਚ 2010। ਤੇ ਜਿਹੜੀ F2B ਕੈਟੇਗਰੀ ਆ ਗ੍ਰੀਨ ਕਾਰਡ ਹੋਲਡਰ ਦੇ ਓਵਰ 21 ਅਨਮੈਰਿਡ ਬੱਚੇ। ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਸਿਰਫ ਅਨਮੈਰਿਡ ਬੱਚਾ ਉਹਦਾ ਅਪਲਾਈ ਕਰ ਸਕਦਾ ਤੇ ਉਹਦੀ ਕੈਟੇਗਰੀ ਹੈਗੀ ਆ ਜੀ 1 ਜਨਵਰੀ 2017। F2A ਕਰੰਟ ਆ ਤੇ F1 ਜਿਹੜੀ US ਸਿਟੀਜ਼ਨ ਦੇ ਅਨਮੈਰਿਡ ਬੱਚੇ ਨੇ ਓਵਰ 21 ਉਹ ਹੈਗਾ ਜੀ 1 ਸਤੰਬਰ 2017। ਸੋ ਇਹ ਜਿਹੜੀਆਂ ਕੈਟੇਗਰੀਆਂ ਨੇ ਇਹਦੇ ਨੰਬਰਸ ਨੇ ਥੋੜ੍ਹੀ ਜਿਹੀ ਮੂਵਮੈਂਟ ਹੈਗੀ ਆ ਪਰ ਇੰਨੀ ਜ਼ਿਆਦਾ ਸਿਗਨੀਫੀਕੈਂਟ ਨਹੀਂ ਪਰ ਫਿਰ ਵੀ ਅੱਗੇ ਨਾਲੋਂ ਫਰਕ ਹੈ। ਹੁਣ ਇੰਟਰਵਿਊਜ਼ ਵੀ ਆ ਰਹੀਆਂ ਨੇ
ਤੇ ਅੱਗੇ ਨਾਲੋਂ ਕਾਫੀ ਜ਼ਿਆਦਾ ਇੰਪਰੂਵਮੈਂਟ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈ, ਪਰ ਬੈਕਲੌਗ ਇੰਨਾ ਇਕੱਠਾ ਹੋਇਆ ਕਿ ਇਹਨੂੰ ਟਾਈਮ ਲੱਗਦਾ। ਇਹਦੇ ਸਿਲਸਿਲੇ ਦੇ ਵਿੱਚ ਹੀ ਤੁਹਾਨੂੰ ਅਸੀਂ ਦੱਸ ਦਈਏ ਕਿ ਨਿਊਯਾਰਕ ਦੇ ਵਿੱਚ ਜਿਹੜੇ ਨਿਊਯਾਰਕ ਦੇ ਸੈਨੇਟਰ ਨੇ ਉਹ ਮੇਰੇ ਦਫ਼ਤਰ ਦੇ ਵਿੱਚ ਆਏ ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਜਿਹੜੀ ਆ ਉਹ ਕੀਤੀ। ਇਸੇ ਬੈਕਲੌਗ ਬਾਰੇ ਮੈਂ ਉਹਨਾਂ ਨਾਲ ਗੱਲਬਾਤ ਜਿਹੜੀ ਆ ਉਹ ਸ਼ੇਅਰ ਕੀਤੀ। ਤੇ ਸੈਨੇਟਰ ਜਿਹੜੇ ਆ ਉਹ ਕ੍ਰਿਸਟਨ ਗਿਲੀਬ੍ਰੈਂਡ, ਇਹ ਨਿਊਯਾਰਕ ਤੋਂ ਸੈਨੇਟਰ ਨੇ, ਤੇ ਜਦੋਂ ਹਿਲਰੀ ਕਲਿੰਟਨ ਦੀ ਸੀਟ ਖਾਲੀ ਹੋਈ ਉੱਥੋਂ ਇਹ ਜਿੱਤੇ। ਤੇ ਸਿਰਫ ਹਰੇਕ ਸਟੇਟ 'ਚੋਂ ਅਮਰੀਕਾ 'ਚ 2 ਸੈਂਟਰ ਹੁੰਦੇ ਨੇ ਫੈਡਰਲ, ਤੇ ਨਿਊਯਾਰਕ ਦੀ ਜਿਹੜੀ ਸਟੇਟ ਆ ਉੱਥੇ ਦਾ ਜਿਹੜਾ ਮੇਰਾ ਆਫਿਸ ਹੈ ਨਿਊਯਾਰਕ ਵਾਲਾ, ਉੱਥੇ ਪਿਛਲੇ ਹਫ਼ਤੇ ਆਏ ਸੀ ਤੇ ਇਹਨਾਂ ਨਾਲ ਮੇਰੀ ਬੜੀ ਲੰਬੀ ਚੌੜੀ ਗੱਲਬਾਤ ਹੋਈ। ਹੋਰ ਵੀ ਜਿਹੜੇ ਇਸ਼ੂਜ਼ ਨੇ ਆਪਣੇ ਕਮਿਊਨਿਟੀ ਦੇ, ਖਾਸ ਕਰਕੇ ਜਿਹੜੇ ਉੱਥੋਂ ਦੇ ਲੋਕਲ ਮਤਲਬ ਗੁਰਦੁਆਰਾ ਸਾਹਿਬਾਨ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਬਾਰੇ ਵੀ ਗੱਲਬਾਤ ਹੋਈ। ਉੱਥੇ ਜੋ ਉਹਨਾਂ ਨੂੰ ਚਾਹੀਦਾ ਜਿਹੜੇ ਰਿਸੋਰਸਿਸ ਜਾਂ ਕੁਛ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੂੰ ਲੋੜ ਸੀ ਕੁਛ ਆਪਣੇ ਕਮਿਊਨਿਟੀ ਦੇ ਕੰਮਾਂ ਲਈ, ਉਹਦੇ ਬਾਰੇ ਵੀ ਗੱਲਬਾਤ ਹੋਈ। ਪਰ ਇਮੀਗ੍ਰੇਸ਼ਨ ਬਾਰੇ ਮੈਂ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਵੀ, ਮੈਂ ਕਿਹਾ ਵੀ ਆਹ ਬੈਕਲੌਗ ਬਹੁਤ ਜ਼ਿਆਦਾ ਲੰਬਾ ਚੱਲ ਰਿਹਾ ਤੇ ਇਹਦਾ ਹੱਲ ਹੋਣਾ ਚਾਹੀਦਾ, ਤੇ ਨੋਟ ਉਹਨਾਂ ਨੇ ਕਰ ਲਿਆ। ਤੇ ਹੁਣ ਅਸੀਂ ਉਹਨਾਂ ਨੂੰ 2 ਹਫ਼ਤੇ ਨੂੰ ਫਿਰ ਦੁਬਾਰਾ ਫੋਲੋ ਅਪ ਜਿਹੜਾ ਉਹ ਕਰਾਂਗੇ। ਸੋ ਮੇਰੀ ਕੋਸ਼ਿਸ਼ ਹੁੰਦੀ ਆ ਵੀ ਜਿਹੜੇ ਇਹ ਬੈਕਲੌਗ ਦੇ ਕੇਸ ਨੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਕੀਤਾ ਜਾਵੇ। ਇਹ ਵੀ ਕੋਸ਼ਿਸ਼ ਹੁੰਦੀ ਆ ਕਿ ਜਿਹੜੀ US ਅੰਬੈਸੀ, ਜਿੱਥੇ ਕਿ ਇਮੀਗ੍ਰੈਂਟ ਵੀਜ਼ੇ ਦੀ ਇੰਟਰਵਿਊ ਬੰਬੇ 'ਚ ਹੁੰਦੀ ਹੈ, ਖਾਸ ਕਰਕੇ ਜਿਹੜੇ ਪੰਜਾਬ ਵਾਲੇ ਬੰਦੇ ਨੇ ਉਹਨਾਂ ਨੂੰ ਉੱਥੇ ਨਾ ਜਾਣਾ ਪਵੇ, ਦਿੱਲੀ ਹੋ ਜਾਵੇ, ਇਹ ਵੀ ਅਸੀਂ ਲੱਗੇ ਹੋਏ ਹਾਂ। ਬਾਕੀ ਹੁਣ ਕਿੰਨੇ ਕੁ ਕਾਮਯਾਬ ਹੁੰਦੇ ਆ ਇਹ ਜਿਹੜਾ ਸਮਾਂ ਦੱਸੇਗਾ, ਪਰ ਸਾਡੀ ਕੋਸ਼ਿਸ਼ ਜ਼ਰੂਰ ਆ ਕਿ ਜੋ ਵੀ ਅਸੀਂ ਆਪਣੀ ਕਮਿਊਨਿਟੀ ਲਈ ਕਰ ਸਕੀਏ, ਜਾਂ ਜਿਹੜੇ ਵੱਡੇ ਲੀਡਰ ਨੇ ਅਮਰੀਕਾ ਦੇ, ਇਹਨਾਂ ਦੇ ਧਿਆਨ ਦੇ ਵਿੱਚ ਇੱਦਾਂ ਦੇ ਮਸਲੇ ਲਿਆ ਸਕੀਏ, ਸਾਨੂੰ ਜਦੋਂ ਵੀ ਮੌਕਾ ਮਿਲਦਾ ਅਸੀਂ ਉਹ ਹਮੇਸ਼ਾ ਕਰਦੇ ਹਾਂ। ਇਹਦੇ ਨਾਲ ਨਾਲ ਜਿਹੜੀ ਹੋਰ ਇੰਪੋਰਟੈਂਟ ਖਬਰ ਹੈਗੀ ਆ ਉਹ ਇਹ ਹੈਗੀ ਆ ਕਿ USCIS ਨੇ ਟੈਂਪਰਰੀ ਪ੍ਰੋਟੈਕਟਿਡ ਸਟੇਟਸ ਜਿਹੜਾ ਉਹ ਵਧਾਤਾ ਇਹਨਾਂ ਕੰਟਰੀਆਂ ਲਈ। ਇਹਨਾਂ ਵਿੱਚ ਹੈਗੀ ਆ ਜੀ ਐਲ ਸੈਲਵਾਡੋਰ, ਹੰਡੋਰਸ, ਨੇਪਾਲ ਤੇ ਨਿਕਾਰਾਗੂਆ। 18 ਮਹੀਨੇ ਲਈ ਇਹਨਾਂ ਦਾ ਜਿਹੜਾ TPS ਸਟੇਟਸ ਆ ਉਹ ਵਧਾ ਦਿੱਤਾ ਗਿਆ। ਜਿਹੜਾ TPS ਸਟੇਟਸ ਹੈ 'ਚ ਗ੍ਰੀਨ ਕਾਰਡ ਨਹੀਂ ਮਿਲਦਾ, ਪਰ ਉਹ ਜਿਹੜਾ ਵਿਅਕਤੀ ਇੱਥੇ ਰਹਿ ਸਕਦਾ ਤੇ ਕੰਮ ਮਤਲਬ ਕਰ ਸਕਦਾ। ਤੇ ਇਹਨਾਂ ਦਾ ਜਿਹੜਾ ਹੁਣ TPS ਸਟੇਟਸ ਆ ਉਹ 18 ਮਹੀਨਿਆਂ ਵਾਸਤੇ ਵੱਧ ਗਿਆ ਹੈਗਾ ਜੂਨ 13, 2023 ਤੋਂ ਬਾਅਦ। ਇਸ ਤੋਂ ਇਲਾਵਾ ਜਿਹੜੀ ਹੋਰ ਇੱਕ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ ਇੰਪਲੋਇਮੈਂਟ ਆਥੋਰਾਈਜੇਸ਼ਨ ਕੰਪੈਲਿੰਗ ਸਰਕਮਸਟਾਂਸ ਦੀ ਬੇਸ ਤੇ ਇਮੀਗ੍ਰੇਸ਼ਨ ਜਿਹੜੀ ਆ ਉਹ ਅਲਾਓ ਕਰ ਰਹੀ ਆ ਸਰਟਨ ਕੈਟੇਗਰੀਜ਼ ਦੇ ਵਿੱਚ। ਤੇ ਉਹਦੇ 'ਚ ਇਹ ਹੈ ਕਿ ਫॉर ਐਨ ਐਪਲੀਕੈਂਟ ਟੂ ਬੀ ਐਲੀਜੀਬਲ ਫॉर ਐਨ ਇਨੀਸ਼ੀਅਲ EAD ਇੰਪਲੋਇਮੈਂਟ ਆਥੋਰਾਈਜੇਸ਼ਨ ਡਾਕੂਮੈਂਟ ਬੇਸਡ ਔਨ ਕੰਪੈਲਿੰਗ ਸਰਕਮਸਟਾਂਸਿਸ ਦੇ ਮਸਟ ਮੀਟ ਦ ਫੋਲੋਇੰਗ ਐਲੀਜੀਬਿਲਿਟੀ ਰਿਕੁਆਇਰਮੈਂਟਸ। ਜਿਹੜਾ ਪ੍ਰਿੰਸੀਪਲ ਐਪਲੀਕੈਂਟ ਆ ਜਾਂ ਬੈਨੀਫੀਸ਼ਰੀ ਆ, ਅਪਰੂਵਡ I-140 ਪਟੀਸ਼ਨ ਉਹਦੀ ਹੋਣੀ ਚਾਹੀਦੀ ਆ, ਜਿਹੜੀ ਕਿ ਇਮੀਗ੍ਰੈਂਟ ਪਟੀਸ਼ਨ ਫॉर ਏਲੀਅਨ ਵਰਕਰ ਆ, ਤੇ 1st, 2nd ਜਾਂ 3rd ਇੰਪਲੋਇਮੈਂਟ ਬੇਸਡ ਪ੍ਰੈਫਰੈਂਸ ਕੈਟੇਗਰੀ ਦੇ ਵਿੱਚ ਉਹ ਹੋਣਾ ਚਾਹੀਦਾ, ਪਹਿਲੀ ਸ਼ਰਤ। ਦੂਜੀ, ਜਿਹੜਾ ਪ੍ਰਿੰਸੀਪਲ ਐਪਲੀਕੈਂਟ ਆ, ਮੇਨ ਐਪਲੀਕੈਂਟ ਆ, ਜਿਵੇਂ ਹਸਬੈਂਡ ਆ ਜਾਂ ਵਾਈਫ ਆ, ਉਹਦਾ ਵੈਲਿਡ E3 ਹੋਣਾ ਚਾਹੀਦਾ, H1B ਹੋਣਾ ਚਾਹੀਦਾ, ਜਾਂ H1B1 ਹੋਣਾ ਚਾਹੀਦਾ, ਜਾਂ O1 ਜਾਂ L1 ਸਟੇਟਸ ਜਿਹੜਾ ਨੌਨ ਇਮੀਗ੍ਰੈਂਟ ਸਟੇਟਸ ਆ ਉਹ ਹੋਣਾ ਚਾਹੀਦਾ। ਤੇ ਉਹ ਟਾਈਮ ਜਿਹੜਾ ਹੈਗਾ ਉਹ ਵੈਲਿਡ ਹੋਵੇ, ਉਹ ਅੱਗੇ ਉਹ ਵੀਜ਼ੇ ਜਿਹੜੇ ਉਹਨਾਂ ਦੇ ਹੈਗੇ ਉਹ ਵੈਲਿਡ ਹੋਣ। ਤੇ ਜਿਹੜਾ ਐਪਲੀਕੈਂਟ ਆ ਪ੍ਰਿੰਸੀਪਲ, ਉਹਨੇ ਗ੍ਰੀਨ ਕਾਰਡ ਲਈ ਅਪਲਾਈ ਨਾ ਕੀਤਾ ਹੋਵੇ, ਐਡਜਸਟਮੈਂਟ ਆਫ ਸਟੇਟਸ ਵਾਸਤੇ ਅਜੇ ਉਹਦਾ ਫਾਈਲ ਨਾ ਹੋਇਆ ਹੋਵੇ। ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਉਹ ਜਿਹੜੀ ਪ੍ਰਾਇਓਰਟੀ ਜਿਹੜੀ ਐਕਸ਼ਨ ਡੇਟ ਆ ਉਹਦੇ ਮੁਤਾਬਕ ਉਹ ਐਲੀਜੀਬਲ ਹੋਣਾ ਚਾਹੀਦਾ। ਤੇ ਇਹਨਾਂ ਨੂੰ ਬਾਇਓਮੈਟ੍ਰਿਕ ਦੇਣੇ ਪੈਣਗੇ, ਇਹਨਾਂ ਦੇ ਫਿੰਗਰਪ੍ਰਿੰਟ ਹੋਣਗੇ, ਤੇ ਉਹਨਾਂ ਜਿਹੜੇ ਡਿਪੈਂਡੈਂਟ ਨੇ ਉਹਨਾਂ ਦੇ ਵੀ ਫਿੰਗਰਪ੍ਰਿੰਟ ਹੋਣਗੇ, ਤੇ ਉਹਨਾਂ ਨੂੰ ਕੋਈ ਫੈਲਨੀ ਜਾਂ ਹੋਰ ਕੋਈ ਕ੍ਰਿਮੀਨਲ ਅਫੈਂਸ ਜਾਂ 2 ਮਿਸਡਿਮੀਨਰ ਤੋਂ ਵੱਧ ਉਹਨਾਂ 'ਤੇ ਨਾ ਹੋਏ ਹੋਣ। ਇਹਨਾਂ ਕੇਸਾਂ ਦੇ ਵਿੱਚ ਜਿਹੜਾ ਵਰਕ ਪਰਮਿਟ ਆ ਜੇ ਕੰਪੈਲਿੰਗ ਸਰਕਮਸਟਾਂਸ ਦੇ ਵਿੱਚ ਸਰਕਾਰ ਅਲਾਓ ਕਰੇਗੀ। ਇਹ ਜ਼ਿਆਦਾ ਜਿਹੜੇ ਇੰਪਲੋਇਮੈਂਟ ਬੇਸਡ ਕੈਟੇਗਰੀਜ਼ ਨੇ ਉਹਨਾਂ ਲਈ ਆ। ਮੈਂ ਦੱਸਦਾ, ਜਿਹੜੇ ਆ ਪੋਲੀਟੀਕਲ ਅਸਾਈਲਮ ਵਗੈਰਾ ਦੇ ਕੇਸ ਨੇ ਇਹਨਾਂ ਵਾਸਤੇ ਨਹੀਂ। ਇਹਨਾਂ ਦਾ ਸੇਮ ਹੀ ਰੂਲ ਆ ਕਿ ਜਦੋਂ ਤੁਸੀਂ ਅਪਲਾਈ ਕਰਦੇ ਹੋ 180 ਦਿਨ ਬਾਅਦ ਅਪਲਾਈ ਹੁੰਦਾ। ਤੇ ਲੇਕਿਨ ਇਹ ਜਿਹੜੀਆਂ ਮਤਲਬ ਕੈਟੇਗਰੀਜ਼ ਨੇ ਇਹਨਾਂ 'ਚ ਪੋਲੀਟੀਕਲ ਅਸਾਈਲਮ ਨਹੀਂ, ਜਾਂ ਜਿਹੜੀਆਂ ਮੈਰਿਜ ਦੀਆਂ ਬੇਸ 'ਤੇ ਕੈਟੇਗਰੀਆਂ ਉਹ ਵੀ ਹੈ ਨਹੀਂ ਗੀਆਂ। ਇਹਨਾਂ 'ਚ ਬੇਸਿਕ ਜਿਹੜੀਆਂ ਕੈਟੇਗਰੀਆਂ ਨੇ ਕਿ I-140 ਇਮੀਗ੍ਰੈਂਟ ਜਿਹੜੀ ਪਟੀਸ਼ਨ ਫॉर ਏਲੀਅਨ ਵਰਕਰ ਆ ਉਹ ਹੋਈ ਹੋਵੇ, ਤੇ ਜਾਂ ਫਿਰ E3 ਤੇ ਬੰਦਾ ਹੋਵੇ, H1B ਤੇ ਹੋਵੇ, H1B1 ਤੇ ਹੋਵੇ, O1 ਜਾਂ L1 ਵੀਜ਼ੇ ਜਿਹੜੇ ਨੇ ਉਹਨਾਂ 'ਤੇ ਇਹ ਹੋਣਾ ਮਤਲਬ ਚਾਹੀਦਾ। ਤੇ ਉਹਦੇ ਵਿੱਚ ਉਹਨੂੰ ਇੱਕ ਇਹ ਸ਼ੋਅ ਕਰਨਾ ਪੈਣਾ ਵੀ ਸਾਨੂੰ ਬਹੁਤ ਜ਼ਿਆਦਾ ਤੰਗੀ ਹੈਗੀ ਆ, ਸਾਡੇ ਬੱਚੇ ਸਕੂਲ ਜਾਂਦੇ ਨੇ, ਮਤਲਬ ਸਾਡੀ ਮੌਰਗੇਜ ਜਾਂ ਸਾਡੇ ਖਰਚੇ ਇੰਨੇ ਜ਼ਿਆਦਾ ਨੇ ਵੀ ਸਾਨੂੰ ਕੰਮ ਕਰਨ ਦੀ ਲੋੜ ਆ, ਤੇ ਉਹਨਾਂ ਨੂੰ ਉਹ ਇੰਪਲੋਇਮੈਂਟ ਆਥੋਰਾਈਜੇਸ਼ਨ ਦੇ ਸਕਦੇ ਆ। ਪਰ ਬੇਸਿਕਲੀ ਇਹ ਜਿਹੜੀਆਂ ਇੰਪਲੋਇਮੈਂਟ ਬੇਸਡ ਕੈਟੇਗਰੀਆਂ ਉਹਨਾਂ ਲਈ ਆ, ਪੋਲੀਟੀਕਲ ਅਸਾਈਲਮ ਜਾਂ ਜਿਹੜੀ ਵਿਆਹ ਵਗੈਰਾ ਦੀ ਕੈਟੇਗਰੀ ਆ ਉਹਨਾਂ ਲਈ ਨਹੀਂ। ਉਹਨਾਂ ਵਾਸਤੇ ਉਹੀ ਰੂਲ ਜਿਹੜੇ ਪਹਿਲਾਂ ਚੱਲ ਰਹੇ ਆ ਉਹ ਚੱਲਦੇ ਰਹਿਣਗੇ। ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਜੀ
कि USCIS ਨੇ ਕਿਹਾ ਕਿ ਜਿਹੜਾ ਹੁਣ ਪਾਲਿਸੀ ਨਵੀਂ ਇਹਨਾਂ ਨੇ ਅਪਣਾਈ ਹੈ ਇਹਦੇ ਵਿੱਚ 50% ਤੋਂ ਵੱਧ ਰਿਡਕਸ਼ਨ ਹੋਈ ਆ ਇਲੀਗਲ ਇਮੀਗ੍ਰੇਸ਼ਨ ਦੇ ਵਿੱਚ ਅਮਰੀਕਾ 'ਚ ਲੋਕੀ ਘੱਟ ਆਏ ਆ ਕਿ ਜਿਹੜੀ ਹੁਣ ਮੈਂ ਦੱਸਦਾ ਵੀ ਜਦੋਂ ਤੋਂ ਟਾਈਟਲ ਜਿਹੜਾ ਹੈਗਾ ਉਹ ਇਹ 42 ਬੰਦ ਹੋਇਆ ਇਸ ਤੋਂ ਬਾਅਦ ਮਈ 'ਚ ਹੋਇਆ ਸੀ ਤੇ ਜਿਹੜੀ ਕਾਫੀ ਜ਼ਿਆਦਾ ਇਹਨਾਂ ਨੇ ਜਿਹੜੀ ਚੇਂਜ ਕੀਤੀ ਐਪਸ ਬਣਾਈਆਂ ਜਾਂ ਉੱਥੇ ਰੋਕਦੇ ਆ ਲੋਕਾਂ ਨੂੰ ਉਹ ਜ਼ਿਆਦਾ ਜਿਹੜਾ ਹੈਗਾ ਉਹ ਜਿਹੜੇ ਮਿਡਲ ਈਸਟਰਨ ਮਤਲਬ ਕੰਟਰੀਜ਼ ਦੇ ਲੋਕ ਨੇ ਜਾਂ ਜਿਹੜੇ ਮਤਲਬ ਖਾਸ ਕਰਕੇ ਜਿਹੜੇ ਸੈਂਟਰਲ ਅਮਰੀਕਾ ਦੇ ਆਉਂਦੇ ਆ ਜਿਸ ਤਰ੍ਹਾਂ ਕਿ ਨਿਕਾਰਾਗੁਆ ਹੋ ਗਿਆ ਹੰਡੋਰਸ ਹੋ ਗਿਆ ਇਹ ਵੈਨਜ਼ੂਏਲਾ ਹੋ ਗਿਆ ਬ੍ਰਾਜ਼ੀਲ ਇਹਨਾਂ ਵਗੈਰਾ ਨੂੰ ਰੋਕਦੇ ਆ ਲੇਕਿਨ ਉਹਦੇ ਵਿੱਚ ਕਹਿੰਦੇ ਆ ਕਿ ਜਿਹੜੀ ਰਿਡਕਸ਼ਨ ਬਹੁਤ ਆਈ ਹੈ ਜਿੰਨੇ ਅੱਗੇ ਬੰਦੇ ਆ ਰਹੇ ਸੀ ਉਹ ਤੋਂ ਹੁਣ ਤਕਰੀਬਨ ਅੱਧਿਆਂ ਨੂੰ ਹੀ ਐਂਟਰੀ ਮਿਲਦੀ ਹੈ ਜਾਂ ਉਸ ਤੋਂ ਘੱਟ ਆ ਰਹੇ ਆ ਪਰ ਇੱਥੇ ਮੈਂ ਇਹ ਦੱਸਦਾ ਕਿ ਜਿਹੜੇ ਆਪਣੇ ਇੰਡੀਆ ਤੋਂ ਖਾਸ ਕਰਕੇ ਪੰਜਾਬ ਜਾਂ ਹਰਿਆਣੇ ਤੋਂ ਲੋਕ ਆ ਰਹੇ ਨੇ ਉਹਨਾਂ 'ਤੇ ਇਹ ਪਾਲਿਸੀ ਲਾਗੂ ਨਹੀਂ ਉਹ ਆ ਰਹੇ ਨੇ ਪਿਛਲੇ ਹਫਤੇ ਸਾਡੇ ਕੋਲ 8 ਨਵੇਂ ਕੇਸ ਆਏ ਨੇ ਜਿਹੜੇ ਬੰਦੇ ਕਿ ਇਸੇ ਮਹੀਨੇ ਜੂਨ ਦੇ ਵਿੱਚ ਬਾਰਡਰ ਕ੍ਰਾਸ ਕਰਕੇ ਆਏ ਆ ਉਹ ਜੂਨ ਉਹਨਾਂ ਨੇ 16 ਨੂੰ ਬਾਰਡਰ ਕ੍ਰਾਸ ਕੀਤਾ ਸਾਡੇ ਕੋਲ 10 ਕੇਸ ਇਸ ਤੋਂ ਪਹਿਲਾਂ ਆਏ ਜਿਨ੍ਹਾਂ ਨੇ ਜੂਨ 5 ਨੂੰ ਕੀਤਾ ਸਾਡੇ ਕੋਲੇ ਹੋਰ ਕੇਸ ਉਸ ਤੋਂ ਪਹਿਲਾਂ ਆਏ ਜਿਨ੍ਹਾਂ ਨੇ ਮਈ 30 ਨੂੰ ਕੀਤਾ ਸੋ ਉਸ ਪਾਲਿਸੀ ਤੋਂ ਬਾਅਦ ਜਿਹੜੇ ਬੰਦੇ ਆ ਰਹੇ ਉਹਨਾਂ ਨੂੰ ਐਂਟਰੀ ਮਿਲ ਰਹੀ ਆ ਤੇ ਇਹ ਜਿਹੜੀ ਪਾਲਿਸੀ ਆ ਸਾਡੇ ਜਿਹੜੇ ਇੰਡੀਆ ਤੋਂ ਲੋਕ ਆਉਂਦੇ ਆ ਉਹਨਾਂ 'ਤੇ ਲਾਗੂ ਨਹੀਂ ਪਰ ਜਿਹੜੇ ਸੈਂਟਰਲ ਅਮਰੀਕਨ ਕੰਟਰੀਜ਼ ਤੋਂ ਆਉਂਦੇ ਨੇ ਜਾਂ ਕਈ ਹੋਰ ਜਿਹੜੀਆਂ ਇੱਦਾਂ ਦੀਆਂ ਕੰਟਰੀਜ਼ ਹੈਗੀਆਂ ਉਹਨਾਂ 'ਤੇ ਇਹ ਲਾਗੂ ਆ ਪਰ ਇੰਡੀਆ ਵਾਲਿਆਂ ਨੂੰ ਐਂਟਰੀ ਅਜੇ ਵੀ ਜਿਹੜੀ ਆ ਉਹ ਮਿਲ ਰਹੀ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਾਰਿਆਂ ਨੂੰ ਕਹਿ ਰਹੇ ਹਾਂ ਵੀ ਆ ਜਾਓ ਜਾਂ ਆਉਣਾ ਚਾਹੀਦਾ ਇਸ ਤਰੀਕੇ ਨਾਲ ਆਉਣਾ ਗਲਤ ਹੈ ਗੈਰ ਕਾਨੂੰਨੀ ਆ ਜੇ ਬੰਦਾ ਫੜਿਆ ਜਾਵੇ ਡਿਟੈਂਸ਼ਨ 'ਚ ਲੈ ਜਾਵੇ ਉੱਥੇ ਮਤਲਬ ਜੇ ਇੰਟਰਵਿਊ ਹੋ ਜਾਏ ਕ੍ਰੈਡੀਬਲ ਫੀਅਰ ਤਾਂ ਉਹ ਪਾਸ ਕਰਨੀ ਜ਼ਰੂਰੀ ਆ ਜੇ ਫੇਲ ਹੋ ਜਾਏ ਤਾਂ ਉੱਥੋਂ ਡਿਪੋਰਟ ਵੀ ਕੀਤਾ ਜਾ ਸਕਦਾ ਅਤੇ ਇਹ 'ਚ ਕੋਈ ਇਸ ਕਿਸਮ ਦੀ ਗਰੰਟੀ ਨਹੀਂ ਹੁੰਦੀ ਕਿ ਐਂਟਰੀ ਮਿਲਣੀ ਆ ਲੇਕਿਨ ਕਿਉਂਕਿ ਲੋਕੀ ਬਹੁਤ ਜ਼ਿਆਦਾ ਸਵਾਲ ਪੁੱਛਦੇ ਆ ਉਹਨਾਂ ਦੀ ਜਾਣੀ ਜਾਣਕਾਰੀ ਵਾਸਤੇ ਦੱਸ ਰਹੇ ਆ ਕਿ ਜਿਹੜੀਆਂ ਸੈਂਟਰਲ ਅਮਰੀਕਨ ਜਿਹੜੀਆਂ ਕੰਟਰੀਜ਼ ਨੇ ਜਾਂ ਕੁਛ ਜਿਹੜੀਆਂ ਮਿਡਲ ਈਸਟਰਨ ਕੰਟਰੀਜ਼ ਨੇ ਉਹਨਾਂ ਦੇ ਬੰਦਿਆਂ ਨੂੰ ਰੋਕਿਆ ਜਾ ਰਿਹਾ ਲੇਕਿਨ ਜਿਹੜੇ ਆਪਣੇ ਇੰਡੀਆ ਤੋਂ ਬੰਦੇ ਆਉਂਦੇ ਆ ਖਾਸ ਕਰਕੇ ਅੱਜ ਕੱਲ੍ਹ ਪੰਜਾਬ ਹਰਿਆਣਾ ਉੱਤਰਾਖੰਡ ਵਗੈਰਾ ਤੋਂ ਆ ਰਹੇ ਆ ਉਹਨਾਂ ਨੂੰ ਇਸ ਪਾਲਿਸੀ ਦੇ ਅੰਡਰ ਨਹੀਂ ਰੋਕਿਆ ਜਾ ਰਿਹਾ ਉਹਨਾਂ ਨੂੰ ਐਂਟਰੀ ਮਿਲ ਰਹੀ ਆ ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਹੈਗੀ ਆ ਉਹ ਸਿਟੀਜ਼ਨਸ਼ਿਪ ਦੇ ਕੇਸਾਂ ਬਾਰੇ ਆ ਕਿ ਸਿਟੀਜ਼ਨ ਦੇ ਜਿਹੜੀ ਸ਼ਿਪ ਦੇ ਵਿੱਚ ਜਿਸ ਤਰ੍ਹਾਂ ਮੈਂ ਅੱਗੇ ਵੀ ਦੱਸਦਾ ਕਿ ਇਮੀਗ੍ਰੇਸ਼ਨ ਜਿਹੜੀ ਆ ਉਹ ਥੋੜ੍ਹੀ ਜਿਹੀ ਨਰਮ ਹੈਗੀ ਹੈ ਜਿੱਥੇ ਕਿ ਡਾਕਟਰਾਂ ਦੇ ਜਿਹੜੇ N648 ਫਾਰਮ ਹੁੰਦੇ ਨੇ 6 ਕੇਸ ਆਪਣੇ ਆਫਿਸ ਦੇ ਇਹਨਾਂ ਦਿਨਾਂ ਦੇ ਵਿੱਚ ਪਾਸ ਹੋਏ ਆ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਸੀ ਆਉਂਦੀ ਪਰ ਉਹਨਾਂ ਜਿਹੜੇ ਮਤਲਬ ਡਾਕਟਰਸ ਨੇ ਉਹਨਾਂ ਨੇ N648 ਫਾਰਮ ਭਰਿਆ ਸੀਗਾ ਉਹਨੂੰ ਐਕਸੈਪਟ ਕਰ ਰਹੇ ਆ ਖਾਸ ਕਰਕੇ ਇਹ ਜਿਹੜੀ ਸੁਵਿਧਾ ਹੈਗੀ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ 65 ਸਾਲ ਤੋਂ ਉੱਪਰ ਹੈ ਜਾਂ 70 ਸਾਲ ਆ ਅਤੇ ਜਾਂ ਉਸ ਤੋਂ ਉੱਪਰ ਹੈ ਅਤੇ ਉਹਨਾਂ ਨੂੰ ਹੈਲਥ ਇਸ਼ੂਜ਼ ਨੇ ਜਾਂ ਕਈਆਂ ਨੂੰ ਭੁੱਲ ਜਾਂਦਾ ਡਿਮੈਂਸ਼ੀਆ ਉਹਨਾਂ ਨੂੰ ਜੇ ਡਾਕਟਰ ਸਰਟੀਫਾਈ ਕਰ ਦੇਵੇ ਤਾਂ ਉਹਨਾਂ ਦੀ ਜਿਹੜੀ ਉਹ ਟੈਸਟ ਜਿਹੜਾ ਨਹੀਂ ਹੁੰਦਾ ਸਟੇ ਦੇਖ ਕੇ ਉਹ 'ਤੇ ਉਹਨਾਂ ਦੀ ਜਿਹੜੀ ਆ ਉਹ ਗ੍ਰਾਂਟ ਹੋ ਜਾਂਦੀ ਆ ਸਿਟੀਜ਼ਨਸ਼ਿਪ ਇਸ ਤੋਂ ਇਲਾਵਾ ਜਿਹੜੀ ਹੋਰ ਇੱਕ ਇੰਪੋਰਟੈਂਟ ਖਬਰ ਹੈਗੀ ਆ ਉਹ ਪੋਲੀਟੀਕਲ ਅਸਾਈਲਮ ਦੇ ਕੇਸਾਂ ਬਾਰੇ ਆ ਕਿ ਪੋਲੀਟੀਕਲ ਅਸਾਈਲਮ ਦੇ ਕੇਸ ਪਾਸ ਹੋ ਰਹੇ ਨੇ 4 ਕੇਸ ਆਪਣੇ ਆਫਿਸ ਦੇ ਇਸ ਵੀਕ ਪਾਸ ਹੋਏ ਨੇ ਰੀਲੋਕੇਸ਼ਨ ਦਾ ਇਸ਼ੂ ਸੀਗਾ ਲੇਕਿਨ ਉਹ ਅਸੀਂ ਜਿਹੜਾ ਹੈਗਾ ਟੈਕਲ ਕੀਤਾ ਸੋ ਜਿਨ੍ਹਾਂ ਦੇ ਵੀ ਪਾਸ ਹੋਏ ਉਹਨਾਂ ਨੂੰ ਬਹੁਤ ਬਹੁਤ ਵਧਾਈ ਅਤੇ ਲੇਕਿਨ ਅਸਾਈਲਮ ਦਾ ਜਿਹੜਾ ਕੇਸ ਆ ਉਹ 5 ਗਰਾਊਂਡ ਦੇ ਵਿੱਚ ਹੋਣਾ ਚਾਹੀਦਾ ਅਤੇ ਉਹਦੇ ਨਾਲ ਨਾਲ ਜਿਹੜੀ ਪਾਸਟ ਪਰਸੀਕਿਊਸ਼ਨ ਅਤੇ ਫਿਊਚਰ ਪਰਸੀਕਿਊਸ਼ਨ ਆ ਉਹ ਵੀ ਉਹਨੂੰ ਸਾਬਤ ਕਰਨੀ ਪਏਗੀ ਸੋ ਇਹ ਸੀ ਜੀ ਇੰਪੋਰਟੈਂਟ ਖਬਰਾਂ ਇਸ ਵੀਕ ਦੀਆਂ ਅਤੇ ਹੁਣ ਆਪਾਂ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਹਾਂ ਜੀ ਸਾਰਿਆਂ ਤੋਂ ਪਹਿਲਾਂ ਤਾਂ ਸਵਾਲ ਇਹ ਹੈਗਾ ਜੀ ਕਿ ਅਸੀਂ F4 ਵੀਜ਼ੇ 'ਤੇ ਅਪਲਾਈ ਕੀਤਾ ਡਿਸੰਬਰ 2006 'ਚ ਕੋਈ ਤੇਜ਼ ਕਰਨ ਦਾ ਇਹਨੂੰ ਤਰੀਕਾ ਹੈਗਾ ਮੈਂ ਤੁਹਾਨੂੰ ਵੀਜ਼ਾ ਬੁਲਟਨ ਬਾਰੇ ਦੱਸ ਕੇ ਹਟਿਆ ਜੀ ਕਿ ਜਿਹੜਾ ਹੁਣ ਨਵਾਂ ਹੈਗਾ ਇਹਦੇ ਵਿੱਚ ਜਿਹੜੀ F4 ਆ ਉਹੀ 15 ਸਤੰਬਰ 2005 ਚੱਲ ਰਿਹਾ ਲੇਕਿਨ ਇੰਟਰਵਿਊਜ਼ ਹੋ ਰਹੀਆਂ ਨੇ ਮੈਨੂੰ ਪਤਾ ਚੱਲਿਆ ਵੀ ਕਾਫੀ ਫੈਮਲੀਜ਼ ਦੀਆਂ ਇੰਟਰਵਿਊਜ਼ ਹੋਈਆਂ ਨੇ ਅਤੇ ਜਿਹੜਾ ਡਾਕੂਮੈਂਟ ਮੰਗੇ ਜਾ ਰਹੇ ਆ ਉਹ 22 ਫਰਵਰੀ 2006 ਤੱਕ ਦੇ ਆ ਤੇਜ਼ੀ ਫੜੀ ਆ ਪਰ ਉਹ ਘੱਟ ਆ ਇਸੇ ਸਿਲਸਿਲੇ 'ਚ ਮੈਂ ਦੱਸ ਕੇ ਹਟਿਆ ਵੀ ਮੇਰੀ ਜਿਹੜੇ ਨਿਊਯਾਰਕ ਦੇ ਸੈਨੇਟਰ ਨੇ ਉਹਨਾਂ ਨਾਲ ਮੁਲਾਕਾਤ ਹੋਈ ਸੈਨੇਟਰ ਕ੍ਰਿਸਟਨ ਗਿਲੀਬ੍ਰੈਂਡ ਦੀ ਉਹ ਜਿਹੜਾ ਮੇਰਾ ਆਫਿਸ ਹੈ ਨਿਊਯਾਰਕ ਵਾਲਾ ਉੱਥੇ ਆਏ ਅਤੇ ਮੈਂ ਇਹੀ ਬੈਕਲੌਗ ਬਾਰੇ ਗੱਲ ਕੀਤੀ ਵੀ ਬਹੁਤ ਜ਼ਿਆਦਾ ਸਲੋਅ ਕਰੋ ਅਤੇ ਉਹਨਾਂ ਨੇ ਕਿਹਾ ਵੀ ਮੈਂ ਇਹਨੂੰ ਫੋਲੋ ਅਪ ਕਰਾਂਗੀ ਅਤੇ ਉਹਨਾਂ ਨਾਲ ਹੁਣ ਸਾਡੀ ਫੋਲੋ ਅਪ ਮੀਟਿੰਗ ਅਗਲੇ 2-3 ਹਫ਼ਤੇ 'ਚ ਹੋਣ ਜਾ ਰਹੀ ਹੈ ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜਿਹੜਾ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਦੀ ਕੀ ਪੋਜੀਸ਼ਨ ਹੈ ਦੇਖੋ ਜਿਹੜਾ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਆ ਉਹ ਅਪਲਾਈ ਹੁੰਦਾ ਇਹ ਬੇਸਿਕਲੀ ਉਹਨਾਂ ਕੇਸਾਂ ਲਈ ਹੈ ਜਿੱਥੇ ਕਿ ਕਿਸੇ ਨੇ ਕਿਸੇ ਦਾ ਅਪਲਾਈ ਕੀਤਾ ਬੱਚੇ ਦੀ ਉਮਰ 21 ਤੋਂ ਘੱਟ ਆ ਪਰ ਉਹ ਹੌਲੀ ਹੌਲੀ 21 ਤੋਂ ਉੱਪਰ ਹੋ ਗਈ
ਪਰ ਜਿਹੜੀ ਮੇਰੀ ਜਾਣਕਾਰੀ ਉਹ ਆ ਵੀ ਜਿਹੜੇ ਬੰਦੇ ਐਡ ਵੀ ਹੋ ਰਹੇ ਨੇ ਹੁਣ ਉਹਨਾਂ ਨੂੰ ਅੰਬੈਸੀ ਦੇ ਵਿੱਚ ਜਦੋਂ ਇੰਟਰਵਿਊ ਹੁੰਦੀ 21 ਤੋਂ ਉੱਪਰ ਉਹ ਕੱਢ ਰਹੇ ਆ ਬਾਹਰ। ਤੇ ਹੁਣ ਜਿਹੜੀ ਗੌਰਮੈਂਟ ਆ ਉਹ ਇਸ ਇਸ਼ੂ ਦੇ ਥੋੜ੍ਹੀ ਜਿਹੀ ਸਖਤ ਹੋਈ ਆ। ਸੋ ਜਿਹੜੇ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਵਾਲੇ ਆ ਜਿਨ੍ਹਾਂ ਨੂੰ ਕਿ ਇੱਥੋਂ ਅਸੀਂ ਐਡ ਕਰਾ ਦਿੰਦੇ ਆ ਉਹਨਾਂ ਨੂੰ ਅੰਬੈਸੀ ਦੇ ਵਿੱਚ ਜਿਹੜੀਆਂ ਉਹ ਦਿੱਕਤਾਂ ਆ ਰਹੀਆਂ ਨੇ। ਅਗਲਾ ਸਵਾਲ ਹੈ ਜੀ ਕਿ ਸਾਡਾ ਕੇਸ ਜਿਹੜਾ F3 ਕੈਟਾਗਰੀ 'ਚ ਨਵੰਬਰ 2009 'ਚ ਅਪਲਾਈ ਹੋਇਆ ਸੀ ਤੇ ਸਾਡੀ ਪ੍ਰਾਇਓਰਟੀ ਜਿਹੜੀ ਡੇਟ ਆ 2010 ਦੀ ਆ ਤੇ ਇਹਨੂੰ ਕਿੰਨਾ ਟਾਈਮ ਲੱਗੇਗਾ। ਜਿਹੜਾ ਹੁਣ ਚੱਲ ਰਿਹਾ ਜੀ ਵੀਜ਼ਾ ਬੁਲਟਨ ਉਹਦੇ ਮੁਤਾਬਕ 2008 ਚੱਲ ਰਿਹਾ, ਪਰ ਜਿਹੜੇ ਡਾਕੂਮੈਂਟ ਨੇ ਜਿਹੜੇ ਲੈਣੇ ਸ਼ੁਰੂ ਕੀਤੇ ਆ ਉਹ 2010 ਦੇ ਹੈਗੇ ਆ। ਸੋ ਤੁਹਾਡਾ ਜੇ ਜੂਨ 2010 ਦਾ ਹੁਣ ਮਾਰਚ ਚੱਲ ਰਿਹਾ, ਮਤਲਬ ਮਾਰਚ 10 ਦੇ ਲੈ ਰਹੇ ਆ ਤਾਂ ਤੁਹਾਡੇ ਕੋਲ ਪੇਪਰ ਹੋ ਜਲਦੀ ਲੈਣਗੇ, ਹੋ ਸਕਦਾ ਤੁਹਾਨੂੰ ਈਮੇਲ ਆ ਵੀ ਗਈ ਹੋਵੇ। ਅਗਲਾ ਸਵਾਲ ਹੈ ਜੀ ਕਿ ਯੂ ਵੀਜ਼ੇ ਬਾਰੇ ਅਪਡੇਟ ਦਿਓ। ਜਿਹੜਾ ਯੂ ਵੀਜ਼ਾ ਹੁੰਦਾ ਬੇਸਿਕਲੀ ਜੀ ਇਹਦੇ ਬਾਰੇ ਮੈਂ ਵੱਖਰਾ ਪ੍ਰੋਗਰਾਮ ਕਰਾਂਗਾ ਡਿਟੇਲ 'ਚ, ਪਰ ਇਹ ਇਸ ਬੇਸ 'ਤੇ ਆ ਵੀ ਜੇ ਕਿਸੇ ਦੇ ਕੋਈ ਕ੍ਰਾਈਮ ਹੋਇਆ, ਕ੍ਰਾਈਮ ਦਾ ਵਿਕਟਮ ਹੈ, ਉਹਨਾਂ ਨੂੰ ਕਰੇਜ ਕਰਨ ਲਈ ਆ ਵੀ ਉਹ ਗਵਾਹੀ ਵਗੈਰਾ ਦੇਵੇ ਤਾਂ ਜਿਹੜੇ ਕ੍ਰਿਮੀਨਲ ਫੜੇ ਜਾਣ, ਤਾਂ ਕਿ ਇਸ ਕਰਕੇ ਉਹ ਬੰਦਾ ਨਾ ਡਰੇ ਕਿ ਉਹਦੇ ਕੋਲ ਪੇਪਰ ਹੈ ਨਹੀਂ ਵੀ ਡਿਪੋਰਟ ਹੋ ਜਾਏਗਾ। ਸੋ ਕ੍ਰਾਈਮ ਨੂੰ ਰੋਕਣ ਲਈ ਆ। ਸੋ ਇਹਦੇ ਵਿੱਚ ਜੇ ਕਿਸੇ ਦੇ ਡੈਪੂਟੇਸ਼ਨ ਵੀ ਲੱਗੀ ਹੈ ਜਾਂ ਕੋਈ ਉਹਦੇ ਕੋਲ ਸਟੇਟਸ ਹੈ ਨਹੀਂ ਜਾਂ ਇੱਥੇ ਉੱਦਾਂ ਹੀ ਇਲੀਗਲ ਰਹਿ ਰਿਹਾ, ਉਹ ਬੰਦਾ ਵੀ ਅੱਗੇ ਆ ਕੇ ਮਤਲਬ ਕ੍ਰਾਈਮ ਰਿਪੋਰਟ ਕਰ ਸਕਦਾ ਤਾਂ ਉਹਦੀ ਬੇਸ 'ਤੇ ਉਹਨੂੰ ਯੂ ਵੀਜ਼ਾ ਮਿਲਦਾ। ਪਰ ਇਹ ਬੜਾ ਲੈਂਥੀ ਪ੍ਰੋਸੈਸ ਹੈ, ਇਹਦੇ ਜਿਹੜੇ ਵੀਜ਼ਾ ਨੰਬਰ ਬੜੇ ਘੱਟ ਨੇ ਤੇ ਜਿਹੜੇ ਹੈਗੇ ਆ ਡਿਮਾਂਡ ਜ਼ਿਆਦਾ, ਤੇ ਇਹਦੇ ਕਰਕੇ ਇਹਨੂੰ ਕਈ ਸਾਲ ਜਿਹੜੇ ਆ ਉਹ ਲੱਗ ਜਾਂਦੇ ਆ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਪੀਡੀ ਪ੍ਰੋਸੈਸ ਬਾਰੇ ਦੱਸੋ। ਜਿਹੜਾ ਪੀਡੀ ਪ੍ਰੋਸੈਸ ਹੈ ਬੇਸਿਕਲੀ ਜੀ ਉਹ ਕੀ ਆ ਕਿ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਵੀ US ਸੁਪਰੀਮ ਕੋਰਟ ਨੇ ਅਪਹੋਲਡ ਕੀਤਾ ਬੜਾ ਇੰਪੋਰਟੈਂਟ ਜਿਹੜਾ ਹੈਗਾ ਉਹ ਇਹਨਾਂ ਦੀ ਇਨਫੋਰਸਮੈਂਟ ਜਿਹੜੀ ਪਾਲਿਸੀਜ਼ ਦਾ ਜਿਹੜਾ ਇਹਨਾਂ ਨੇ ਬਣਾਇਆ ਸੀਗਾ ਰੂਲ, ਇਹ ਉਹੀ ਚੀਜ਼ ਹੈ ਕਿ ਸਰਕਾਰ ਇਹ ਕਹਿੰਦੀ ਆ ਵੀ ਕਿਹਨੂੰ ਡਿਪੋਰਟ ਕਰਨਾ ਕਿਹਨੂੰ ਨਹੀਂ ਕਰਨਾ। ਸੋ ਇੰਨੇ ਜ਼ਿਆਦਾ ਕੇਸ ਨੇ, ਸੋ ਗੌਰਮੈਂਟ ਕਹਿ ਰਹੀ ਆ ਵੀ ਆਹ ਕੇਸ ਜਿਹੜਾ ਹੈਗਾ ਅਸੀਂ ਇਹਨੂੰ ਨਹੀਂ ਡਿਪੋਰਟ ਕਰਨਾ ਚਾਹੁੰਦੇ, ਇਹਦੇ ਖਿਲਾਫ ਅਸੀਂ ਪ੍ਰੋਸੀਕਿਊਸ਼ਨ ਨਹੀਂ ਕਰਨੀ, ਤੇ ਉਹ ਜੱਜ ਨੂੰ ਕਹਿੰਦੇ ਆ ਵੀ ਇਹਦੇ ਚਾਰजेस ਜਿਹੜੇ ਆ ਉਹ ਡਿਸਮਿਸ ਕਰ ਦਿਓ, ਉਹਨੂੰ ਉਹ ਕਹਿੰਦੇ ਆ ਪੀਡੀ। ਲੇਕਿਨ ਉਹ ਬੰਦਾ ਫਿਰ ਆਪਣਾ ਕੇਸ ਅੱਗੇ ਥੱਲੇ ਅਸਾਈਲਮ ਦੇ ਵਿੱਚ ਇਮੀਗ੍ਰੇਸ਼ਨ ਦੇ ਵਿੱਚ ਪਰਸਿਊ ਕਰ ਸਕਦਾ, ਤੇ ਉਹ ਇਹ ਰੁਕਾਵਟ ਨਹੀਂ ਹੈਗੀ ਵੀ ਉਹ ਆਪਣਾ ਕੇਸ ਨਹੀਂ ਲੜ ਸਕਦਾ, ਪਰ ਉਹ ਕੇਸ ਨੂੰ ਜਿਹੜੀ ਰਿਮੂਵਲ ਪ੍ਰੋਸੀਡਿੰਗ ਹੈ ਜਿਹੜਾ ਇਮੀਗ੍ਰੇਸ਼ਨ ਜੱਜ ਵਾਲਾ ਸਿਸਟਮ ਉੱਥੋਂ ਕੱਢ ਦਿੰਦੇ ਆ। ਸੋ ਇੱਕ ਤਾਂ ਇਹ ਪੀਡੀ ਆ। ਦੂਜੀ ਪੀਡੀ ਹੈਗੀ ਆ ਕਿ ਕੇਸ ਹੋਲਡ ਤੇ ਪਾਇਆ ਜਾਂਦਾ ਕੋਰਟ ਦੇ ਵਿੱਚ ਹੀ, ਤੇ ਉਹਦੇ ਵਿੱਚ ਉਹਨੂੰ ਵਰਕ ਪਰਮਿਟ ਮਿਲੀ ਜਾਂਦਾ, ਕੇਸ ਚੱਲਦਾ ਰਹਿੰਦਾ, ਕੇਸ ਉਹਦਾ ਕੰਪਲੀਟਲੀ ਜਿਹੜਾ ਬੰਦ ਨਹੀਂ ਹੁੰਦਾ, ਟਰਮੀਨੇਟ ਨਹੀਂ ਹੁੰਦਾ। ਇਹ ਵੀ ਇਨਫੋਰਸਮੈਂਟ ਨਾਲ ਸੰਬੰਧਿਤ ਆ। ਗੌਰਮੈਂਟ ਇਹ ਕਹਿੰਦੀ ਆ ਕਿ ਇਹ ਬੰਦਾ ਇੱਦਾਂ ਦਾ ਵੀ ਇਹਨੇ ਕੋਈ ਕ੍ਰਾਈਮ ਨਹੀਂ ਕੀਤਾ, ਕੁਛ ਨਹੀਂ ਕੀਤਾ, ਇੰਨੀ ਦੇਰ ਤੋਂ ਰਹਿ ਰਿਹਾ, ਟੈਕਸ ਦੇ ਰਿਹਾ, ਜਾਂ ਇਹਦੀਆਂ ਟਾਈਜ਼ ਇੱਥੇ ਨੇ, ਬੱਚੇ ਇੱਥੇ ਨੇ, ਫੈਮਿਲੀ ਇੱਥੇ ਆ, ਜਾਂ ਕੋਈ ਹੋਰ ਰਿਸ਼ਤੇਦਾਰ ਨੇ, ਤਾਂ ਅਸੀਂ ਇਹਨੂੰ ਡਿਪੋਰਟ ਨਹੀਂ ਕਰਨਾ ਚਾਹੁੰਦੇ, ਉਹ ਹੋਲਡ ਤੇ ਪਾਉਂਦੇ ਆ। ਲੇਕਿਨ ਉਹਦੇ ਨਾਲ ਇਹ ਆ ਵੀ ਜਿੱਥੇ ਤੁਹਾਨੂੰ ਅਸਾਈਲਮ ਨਹੀਂ ਮਿਲਦਾ, ਗ੍ਰੀਨ ਕਾਰਡ ਨਹੀਂ ਮਿਲਦਾ, ਇਹ ਉਹਦਾ ਨੁਕਸਾਨ ਜ਼ਰੂਰ ਆ, ਪਰ ਨਾਲ ਡੈਪੂਟੇਸ਼ਨ ਨਹੀਂ ਲੱਗਦੀ, ਉਹ ਤੋਂ ਬੰਦਾ ਬਚ ਜਾਂਦਾ। ਕਈ ਵਾਰੀ ਕਈ ਕੇਸ ਹੀ ਇਸ ਕਿਸਮ ਦੇ ਹੁੰਦੇ ਆ ਕਿ ਜੇ 'ਚ ਉਮੀਦ ਨਹੀਂ ਹੁੰਦੀ ਕੇਸ ਪਾਸ ਹੋਣ ਦੀ, ਉਹਨਾਂ ਲਈ ਅਸੀਂ ਪੀਡੀ ਰਿਕਮੈਂਡ ਕਰਦੇ ਹਾਂ ਤਾਂ ਕਿ ਉਹ ਇੱਥੇ ਰਹੀ ਜਾਣ ਤੇ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਵਗੈਰਾ ਮਿਲੀ ਜਾਵੇ। ਅਗਲਾ ਸਵਾਲ ਹੈ ਜੀ ਕਿ ਅੰਬੈਸੀ ਨੂੰ ਚੇਂਜ ਬਾਰੇ ਕੋਈ ਹੋ ਸਕਦਾ। ਅਜੇ ਮੈਂ ਟਰਾਈ ਕਰ ਰਿਹਾ ਜੀ, ਮੈਂ ਅਜੇ ਹੁਣੇ ਪਿਛਲੇ ਹਫਤੇ ਸੈਂਟਰ ਨਾਲ ਗੱਲ ਕੀਤੀ ਇਹਦੇ ਬਾਰੇ, ਸੋ ਦੇਖਦੇ ਹਾਂ ਇਹਨੂੰ ਪਰਸਿਊ ਕਰਕੇ ਕੀ ਹੋਏਗਾ। ਅਜੇ ਤੱਕ ਕੋਈ ਉਹਦੇ ਬਾਰੇ ਖਬਰ ਜਿਹੜੀ ਆ ਉਹ ਨਹੀਂ ਹੈ ਜੀ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜਿਹੜੇ ਅੰਡਰ ਏਜ ਆਉਂਦੇ ਆ ਉਹਨਾਂ ਦੀ ਕੀ ਸਿਚੁਏਸ਼ਨ ਆ ਬਾਰਡਰ 'ਤੇ। ਜਿਹੜੇ 18 ਸਾਲ ਤੋਂ ਘੱਟ ਆਉਂਦੇ ਆ ਉਹਨਾਂ ਦੀ ਪੋਜੀਸ਼ਨ ਜਿਹੜੀ ਆ ਉਹ ਇਹ ਹੈਗੀ ਕਿ ਉਹਨਾਂ ਦੀ ਜਿਹੜੀ ਪੁੱਛਗਿੱਛ ਘੱਟ ਹੁੰਦੀ ਆ, ਉਹਨਾਂ ਨੂੰ ਕਈ ਵਾਰ ਲੈ ਜਾਂਦੇ ਆ ਜਿਹੜੇ ਇਮੀਗ੍ਰੇਸ਼ਨ ਦੇ ਸੈਂਟਰ ਹੁੰਦੇ ਉਹਨਾਂ ਦੇ ਵਿੱਚ, ਪਰ ਕਈ ਵਾਰੀ ਬਾਰਡਰ ਤੋਂ ਹੀ ਛੱਡ ਦਿੰਦੇ ਆ ਤੇ ਬਾਹਰ ਕੋਈ ਜ਼ਿੰਮੇਵਾਰੀ ਲੈਣ ਵਾਲਾ ਬੰਦਾ ਹੋਵੇ ਉਹਦੀ ਜਿਹੜੀ ਹੈਗੀ ਕਸਟਡੀ 'ਚ ਰਿਲੀਜ਼ ਕਰ ਦਿੰਦੇ, ਪਰ ਸਵਾਲ ਜਵਾਬ ਜਿਹੜੇ ਇੰਟਰਵਿਊ ਵਗੈਰਾ ਉਹ ਘੱਟ ਹੁੰਦੀ ਹੈ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਬਾਰਡਰ ਦਾ ਕੰਮ ਕੀ ਚੱਲ ਰਿਹਾ। ਮੈਂ ਦੱਸ ਕੇ ਹਟਿਆ ਜੀ ਕਿ ਜਿਹੜੀ ਬਾਰਡਰ ਦੀ ਸਿਚੁਏਸ਼ਨ ਇਹ ਹੈਗੀ ਆ ਕਿ ਅੱਗੇ ਨਾਲੋਂ ਜਿਹੜੀ ਇਮੀਗ੍ਰੇਸ਼ਨ ਜਿਹੜੀ ਇਲੀਗਲ ਇਮੀਗ੍ਰੇਸ਼ਨ ਹੈਗੀ ਉਹ ਘੱਟ ਹੋਈ ਆ, ਪਰ ਉਹ ਜਿਹੜੇ ਸੈਂਟਰਲ ਅਮਰੀਕਨ ਕੰਟਰੀਜ਼ ਤੋਂ ਲੋਕ ਆਉਂਦੇ ਨੇ, ਐਲ ਸੈਲਵਾਡੋਰ, ਬ੍ਰਾਜ਼ੀਲ, ਵੈਨਜ਼ੂਏਲਾ, ਹੰਡੋਰਸ ਵਗੈਰਾ ਤੋਂ, ਉਹਨਾਂ ਦੀ ਆ। ਜਿਹੜੇ ਆਪਣੇ ਇੰਡੀਆ ਤੋਂ ਲੋਕ ਆ ਰਹੇ ਨੇ, ਪੰਜਾਬ, ਹਰਿਆਣਾ, ਉੱਤਰਾਖੰਡ ਵਗੈਰਾ ਤੋਂ, ਅੱਜ ਕੱਲ੍ਹ ਉਹਨਾਂ ਨੂੰ ਨਹੀਂ ਰੋਕ ਰਹੇ, ਉਹ ਆ ਰਹੇ ਆ। ਤੇ ਸਾਡੇ ਕੋਲ ਤਕਰੀਬਨ ਹਰ ਹਫਤੇ ਹੀ ਬੰਦੇ ਇੱਦਾਂ ਦੇ ਆਉਂਦੇ ਆ ਕੇਸ ਲਾਉਣ, ਜਿਹੜੇ ਕਿ ਹੁਣ ਰੀਸੈਂਟਲੀ ਆਏ ਆ, ਤੇ ਉਹਨਾਂ ਦੇ ਅਸੀਂ ਪ੍ਰੋਸੈਸਿੰਗ ਕਰਦੇ ਹਾਂ ਤੇ ਉਹਦੇ 'ਚ ਕੋਈ ਰੁਕਾਵਟ ਨਹੀਂ ਤੇ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਆ ਰਹੀ। ਪਰ ਮੈਂ ਫੇਰ ਕਹਿ ਰਿਹਾ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਹਿ ਰਹੇ ਹਾਂ ਵੀ ਆਓ ਇਹ ਤਰੀਕਾ ਗਲਤ ਹੈ, ਇਹਦੇ ਨਾਲ ਨਹੀਂ ਆਉਣਾ ਚਾਹੀਦਾ, ਕਾਨੂੰਨ ਦੀ ਵਾਇਲੇਸ਼ਨ ਆ। ਪਰ ਜਿਹੜੀ ਸਿਚੁਏਸ਼ਨ ਇਹ ਆ ਕਿ ਐਂਟਰੀ ਉਹਨਾਂ ਨੂੰ ਜਿਹੜੀ ਆ ਉਹ ਮਿਲ ਰਹੀ ਹੈ। ਅਗਲਾ ਸਵਾਲ ਹੈ ਜੀ, ਜੇ ਕੋਈ ਟੂਰਿਸਟ ਵੀਜ਼ੇ 'ਤੇ ਆਵੇ ਇੱਥੇ ਅਸਾਈਲਮ ਅਪਲਾਈ ਕਰ ਸਕਦਾ? ਹਾਂਜੀ, ਬਿਲਕੁਲ ਕਰ ਸਕਦਾ, ਕਿਉਂਕਿ ਅਸਾਈਲਮ ਦੇ 5 ਗਰਾਊਂਡ ਹੁੰਦੇ ਨੇ। ਜੇ ਉਹਨਾਂ ਦੇ ਵਿੱਚ ਉਹਦਾ ਕੇਸ ਆਉਂਦਾ, ਪਲੱਸ ਉਹ ਇਹ ਪ੍ਰੂਵ ਕਰ ਸਕੇ ਉਹਨੂੰ ਪਹਿਲਾਂ ਕੁੱਟਮਾਰ ਪ੍ਰੋਸੀਕਿਊਸ਼ਨ ਹੋਈ ਹੈ, ਜੇ ਵਾਪਸ ਜਾਏਗਾ ਫਿਰ ਹੋਏਗੀ, ਤਾਂ ਉਹ ਅਸਾਈਲਮ ਜਿਹੜਾ ਉਹ ਜ਼ਰੂਰ ਲਾ ਸਕਦਾ। ਅਗਲਾ ਸਵਾਲ ਹੈ, ਜੇ ਕੋਈ ਬਾਰਡਰ ਕ੍ਰੋਸ ਕਰਕੇ ਆਵੇ ਤਾਂ ਉਹਦਾ ਗਾਰਡੀਅਨਸ਼ਿਪ ਦੀ ਕੀ ਸਿਚੁਏਸ਼ਨ ਹੈ? ਗਾਰਡੀਅਨਸ਼ਿਪ ਕਰ ਸਕਦਾ? ਹਾਂਜੀ, ਕਰ ਸਕਦਾ ਗਾਰਡੀਅਨਸ਼ਿਪ, ਕਿਉਂਕਿ ਜੇ ਫਰਜ਼ ਕਰੋ ਕੋਈ ਬੰਦਾ ਵੀ ਉੱਥੋਂ ਬਾਰਡਰ ਕ੍ਰੋਸ ਕਰਕੇ ਆਉਂਦਾ
ਜੇ ਉਹਦੀ ਉਮਰ 21 ਸਾਲ ਤੋਂ ਘੱਟ ਆ, ਕੋਈ ਕਈ ਸਟੇਟਾਂ ਦੇ ਵਿੱਚ ਜਿਹੜੀ ਗਾਰਡੀਅਨਸ਼ਿਪ ਆ ਉਹਦੀ 21 ਸਾਲ ਤੋਂ ਘੱਟ ਏਜ ਹੁੰਦੀ ਆ, ਜਿਵੇਂ ਕਿ ਖਾਸ ਕਰਕੇ ਕੈਲੀਫੋਰਨੀਆ ਜਾਂ ਜਿਹੜਾ ਸੈਟਲ ਵਾਸ਼ਿੰਗਟਨ ਜਾਂ ਨਿਊਯਾਰਕ, ਉੱਥੇ ਜੇ 21 ਤੋਂ ਘੱਟ ਆ ਤੇ ਉਹਦਾ ਕੋਈ ਗਾਰਡੀਅਨ ਹੈਗਾ ਜਿਹੜਾ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਉਹਦੇ ਕੋਲ ਰਹਿ ਸਕਦਾ, ਤਾਂ ਉਹ ਇਹ ਕੰਮ ਮਤਲਬ ਕਰ ਸਕਦਾ। ਅਗਲਾ ਸਵਾਲ ਹੈ ਜੀ ਕਿ ਮੇਰੇ ਮਦਰ ਜਿਹੜੇ ਨੇ ਉਹ US ਦੇ ਵਿੱਚ ਨੇ, ਉਹਨਾਂ ਦਾ ਮੈਂ I-13485 ਕੀਤਾ ਸੀਗਾ, ਮੈਡੀਕਲ ਵੀ ਸਬਮਿਟ ਕਰਤਾ, ਇਹਨੂੰ ਕਾਫੀ ਟਾਈਮ ਲੱਗੇਗਾ। ਹਾਂਜੀ, ਇਹਨੂੰ ਅੱਜ ਕੱਲ੍ਹ ਕਾਫੀ ਟਾਈਮ ਲੱਗ ਰਿਹਾ, 2 ਤੋਂ 2.5 ਸਾਲ ਦਾ ਟਾਈਮ ਹੈ, ਸੋ ਤੁਹਾਨੂੰ ਵੇਟ ਕਰਨੀ ਪੈਣੀ ਹੈ। ਅਗਲਾ ਸਵਾਲ ਹੈ ਜੀ ਕਿ ਮੈਨੂੰ ਅਪਰੂਵਲ ਨੋਟਿਸ ਆ ਗਿਆ I-765 ਦਾ ਤੇ ਮੇਰਾ ਕਾਰਡ ਨਹੀਂ ਅਜੇ ਆਇਆ। ਆਮ ਤੌਰ ਤੇ ਅਪਰੂਵਲ ਨੋਟਿਸ ਤੋਂ ਬਾਅਦ ਕਾਰਡ 2-3 ਵੀਕਾਂ 'ਚ ਆਉਣਾ ਚਾਹੀਦਾ, ਪਰ ਕਈ ਵਾਰੀ ਕਈਆਂ ਨੂੰ 1.5-2 ਮਹੀਨੇ ਵੀ ਲੱਗ ਜਾਂਦੇ ਆ, ਤੁਸੀਂ ਉੱਥੇ ਉਹਨਾਂ ਨੂੰ ਜਿਹੜਾ ਪਰਸਿਊ ਕਰੋ। ਅਗਲਾ ਸਵਾਲ ਹੈ ਜੀ ਕਿ ਵਿਜ਼ਟਰ ਵੀਜ਼ੇ ਵਾਲੇ USA ਅਸੈਲਮ ਲਾ ਸਕਦੇ ਆ ਕਿ ਨਹੀਂ? ਹਾਂਜੀ, ਲਾ ਸਕਦੇ ਆ। ਜੇ ਉਹਨਾਂ ਦਾ ਕੇਸ ਜਿਹੜੇ ਅਸੈਲਮ ਦੇ 5 ਗਰਾਊਂਡ ਉਹਨਾਂ 'ਚ ਆਉਂਦਾ ਤੇ ਉਹ ਇਹ ਪ੍ਰੂਵ ਕਰ ਸਕਦੇ ਕਿ ਉਹਨਾਂ ਨੂੰ ਖਤਰਾ ਹੈਗਾ, ਉਹਨਾਂ ਕੋਲ ਡਾਕੂਮੈਂਟੇਸ਼ਨ ਹੈਗੀ, ਪ੍ਰੂਫ ਹੈਗੇ ਸਾਬਤ ਕਰਨ ਦੇ, ਤਾਂ ਉਹ ਕੇਸ ਜਿਹੜਾ ਉਹ ਜ਼ਰੂਰ ਲਾ ਸਕਦੇ ਆ। ਇਹਦੇ ਨਾਲ ਜਿਹੜੇ ਹੋਰ ਤੁਹਾਡੇ ਕੁਝ ਸਵਾਲ ਆਏ ਆ, ਉਹਨਾਂ ਦੇ ਵਿੱਚ ਸਵਾਲ ਇੱਕ ਸਿਟੀਜ਼ਨਸ਼ਿਪ ਬਾਰੇ ਆ, ਉਹਦੇ ਬਾਰੇ ਮੈਂ ਦੱਸ ਕੇ ਹਟਿਆ ਹੀ ਆ ਕਿ ਜਿਹੜੀ ਸਿਟੀਜ਼ਨਸ਼ਿਪ ਹੈਗੀ ਆ ਉਹਦੇ 'ਚ ਬੇਸਿਕਲੀ ਜਿਹੜੀਆਂ ਡੇਟਾਂ ਹੈਗੀਆਂ ਉਹ ਹੁਣ ਆ ਰਹੀਆਂ ਨੇ, ਤੇਜ਼ ਆ ਰਹੀਆਂ ਅੱਗੇ ਨਾਲੋਂ, ਤੇ ਮੈਡੀਕਲ ਦੀ ਬੇਸ ਦੇ ਉੱਤੇ ਲੋਕਾਂ ਨੂੰ ਜਿਹੜਾ ਹੈਗਾ ਉਹਦੇ ਜਿਹੜੀ ਸੁਵਿਧਾ ਹੈਗੀ ਆ ਉਹ ਮਿਲ ਰਹੀ ਆ। ਜਿਨ੍ਹਾਂ ਨੇ ਅਜੇ ਫਰਜ਼ ਕਰੋ ਮਤਲਬ ਕਿਸੇ ਨੇ ਨਹੀਂ ਮੈਡੀਕਲ ਵਗੈਰਾ ਜਿਹੜਾ ਹੈਗਾ ਉਹ ਲਿਆ ਹੋਇਆ ਤੇ ਨਹੀਂ ਟੈਸਟ ਦੇਣਾ ਚਾਹੁੰਦਾ ਜਾਂ ਨਹੀਂ ਦੇ ਸਕਦਾ, ਉਹਨੂੰ ਉਹਦੇ 'ਚ ਜੇ ਮੈਡੀਕਲ ਠੀਕ ਆ ਉਹਨੂੰ ਐਕਸੈਪਟ ਕਰ ਲੈਣ ਤਾਂ ਸਿਟੀਜ਼ਨਸ਼ਿਪ ਜਿਹੜੀ ਆ ਉਹ ਬਣਾਈ ਜਾ ਸਕਦੀ ਹੈ। ਅਗਲਾ ਸਵਾਲ ਹੈ ਜੀ ਕਿ ਮੈਂ ਆਪਣੇ ਪੇਰੈਂਟਸ ਦੀ ਪਟੀਸ਼ਨ ਅਪਲਾਈ ਕੀਤੀ ਹੋਈ ਹੈ, ਮੇਰੇ ਫਾਦਰ 20 ਸਾਲ ਪਹਿਲਾਂ UK ਤੋਂ ਡਿਪੋਰਟ ਹੋ ਕੇ, ਦਾ ਕ੍ਰਿਮੀਨਲ ਰੈਕਡ ਆ, ਪ੍ਰੋਬਲਮ ਆ ਸਕਦੀ? ਬਿਲਕੁਲ ਆ ਸਕਦੀ ਹੈ ਜੀ, ਕਿਉਂਕਿ ਇਹ ਜਿਹੜੀ ਸਮੱਸਿਆ ਹੈਗੀ ਆ ਇਹ ਕਿਉਂਕਿ ਜੇ ਤੁਹਾਡਾ ਰੈਕਡ ਹੋਵੇ ਉਹ ਕੱਢ ਲੈਣ, ਪਰ ਆਮ ਤੌਰ ਤੇ ਜੇ ਫੋਰਨ ਕੰਟਰੀ ਦਾ ਰੈਕਡ ਆ, ਉਹ ਅਮਰੀਕਾ ਤੇ ਇਸ ਕਿਸਮ ਦਾ ਬਾਰ ਤਾਂ ਨਹੀਂ ਲੱਗਦਾ। ਜੇ ਅਮਰੀਕਾ ਦੇ ਵਿੱਚ ਰੈਕਡ ਹੋਵੇ ਉਹਦਾ ਜ਼ਿਆਦਾ ਜਿਹੜਾ ਹੈਗਾ ਨੁਕਸਾਨ ਆ, ਲੇਕਿਨ ਫਿਰ ਵੀ ਇਹਦੇ ਵਾਸਤੇ ਪ੍ਰੋਬਲਮ ਜਿਹੜੀ ਆ ਉਹ ਆ ਸਕਦੀ ਆ। ਅਗਲਾ ਸਵਾਲ ਹੈ ਜੀ ਕਿ ਮੇਰੀ PD ਮਾਰਚ ਜਿਹੜੀ ਹੈਗੀ ਡੇਟ F3 ਕੈਟੇਗਰੀ 2010 ਹੈ, ਤੇ ਹੁਣ ਮੈਨੂੰ ਇਹਦੇ 'ਚ ਕਿੰਨਾ ਟਾਈਮ ਲੱਗੇਗਾ, ਤੇ ਮੇਰੀ ਸਿਚੁਏਸ਼ਨ ਚੇਂਜ ਹੋ ਗਈ ਆ, ਮੇਰੇ ਹਸਬੈਂਡ ਦੀ ਡੈਥ ਹੋ ਗਈ ਆ। ਇਹ ਤੁਹਾਨੂੰ ਉਹਨਾਂ ਨੂੰ ਅਪਡੇਟ ਕਰਨਾ ਪੈਣਾ ਜੀ, ਇਮੀਗ੍ਰੇਸ਼ਨ ਨੂੰ ਆਪਣਾ ਸਾਰਾ ਅਪਡੇਟ ਕਰੋ, ਉਦੋਂ ਬਾਅਦ ਫਿਰ ਇਹ ਦੇਖਣ ਵਾਲੀ ਗੱਲ ਹੈ ਕਿ ਉਹ ਇਹਨੂੰ ਕਿਸ ਤਰ੍ਹਾਂ ਕਰਦੇ, ਕਿੰਨਾ ਟਾਈਮ ਲੱਗਦਾ। ਅਗਲਾ ਸਵਾਲ ਹੈ ਜੀ ਕਿ ਜਿਹੜੇ ਅਸੈਲਮ ਦੇ ਗਰਾਊਂਡ ਨੇ ਉਹਨਾਂ ਦੇ ਵਿੱਚ ਕੇਸ ਹੋਵੇ ਤਾਂ ਕੀ ਉਹ ਕੇਸ ਹੋ ਸਕਦਾ? ਕਿ ਹਾਂਜੀ, ਕਿਉਂ ਨਹੀਂ ਹੋ ਸਕਦਾ। ਜੇ ਡਾਕੂਮੈਂਟੇਸ਼ਨ ਜਿਹੜੀ ਤੁਹਾਡੇ ਕੋਲ ਹੈਗੀ ਆ ਪ੍ਰੋਪਰ, ਜਿਹੜੇ ਅਸੈਲਮ ਦੇ 5 ਗਰਾਊਂਡਾਂ ਵਿੱਚ ਤੁਹਾਡਾ ਕੇਸ ਆਉਂਦਾ, ਤੁਸੀਂ ਇਹ ਸ਼ੋਅ ਕਰ ਸਕਦੇ ਹੋ ਕਿ ਪਰਸੀਕਿਊਸ਼ਨ ਹੋਈ ਹੈ, ਕੁੱਟਮਾਰ ਹੋਈ ਆ, ਤੇ ਗਾਂਹ ਜੇ ਜਾਓਗੇ ਫਿਰ ਵੀ ਖਤਰਾ ਹੋਏਗਾ, ਤਾਂ ਜ਼ਰੂਰ ਜਿਹੜਾ ਉਹ ਹੋ ਸਕਦਾ। ਸੋ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ। ਆਸ ਹੈ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਹੀ ਮਿਲਾਂਗੇ ਅਗਲੇ ਹਫ਼ਤੇ। ਸਤਿ ਸ਼੍ਰੀ ਅਕਾਲ ਜੀ।